ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਵਈਆ ਚੰਦ ਹੋਤ ਸੁਸ਼ੀਲ ਸੰਗ ਲੈ ਖੋਟੀ। ਬਿਗਰ ਜਾਤ ਸ਼ੁਭ ਮਤ ਬਿਸਰਾਈ। ਰਿਸ਼ਤੇ ਗੋਇੰਦਵਾਲ ਪਹੁੰਚਿਓ। ਸਭਾ ਬਿਕੈ ਦੇਖੀ ਤਬ ਜਾਏ। ਮਨੋ ਗਿਆਨ ਕੋ ਭਾਨ ਪ੍ਰਕਾਸ਼ੇ। ਚੌਂਦਿਸ਼ ਸਦਗੁਣ ਜਨ ਸਮੁਦਾਏ। ਅਵਗੁਣ ਉਡਗਨ ਨਿਸਾ ਅਵਿਦਿਆ। ਨੈ ਪਈਤ ਸਭ ਗਏ ਪਲਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਵੋ ਭੈਣੇ ਗਲ ਮਿਲ ਹੈ ਅੰਕ ਸਹੇਲੜੀਆ। ਮਿਲ ਕੇ ਕਰਹਿ ਕਹਾਣੀਆਂ ਸਮਰੱਥ ਕੰਤ ਕੀਆ। ਗੁਰੂ ਗਰੀਬ ਨਵਾਜ ਅੰਤਰਯਾਮੀ ਭਗਤ ਵੈਛਲ ਪਤਿਤ ਪਾਵਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਕਿ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਸਤਿਗੁਰੂ ਗੁਰਦੇਵ ਦੀ ਪਾਵਨ ਪਵਿੱਤਰ ਕਥਾ ਸਰਵਣ ਕਰਨ ਲਈ ਜੁੜ ਬੈਠੇ। ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਗਰੀਬ ਨਵਾਜ ਜੀ ਦੇ ਪਾਵਨ ਇਤਿਹਾਸ ਦੀ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਗੁਰਦੇਵ ਜੀ ਨੇ ਬਾਬਾ ਮੋਹਰੀ ਜੀ ਨੂੰ ਗੋਇੰਦਵਾਲ ਸਾਹਿਬ ਤੋਂ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਲਈ ਬਚਨ ਕਿਹਾ। ਬਾਬਾ ਮੋਹਰੀ ਜੀ ਨੇ ਬੇਨਤੀ ਕੀਤੀ, ਮਹਾਰਾਜ ਹਾਲੇ ਤਾਂ ਸਾਡਾ ਮਨ ਨਹੀਂ ਰੱਜਿਆ ਆਪ ਜੀ ਦੇ ਦਰਸ਼ਨ ਕਰਕੇ, 3 ਕੁ ਦਿਨ ਹੋਰ ਆਪ ਜੀ ਇੱਥੇ ਨਿਵਾਸ ਕਰੋ। ਬਾਬਾ ਮੋਹਰੀ ਜੀ ਦਾ ਪ੍ਰੇਮ ਵੇਖ ਕੇ ਗੁਰਦੇਵ ਜੀ ਨੇ 3 ਕੁ ਦਿਨਾਂ ਵਾਸਤੇ ਹੋਰ ਉੱਥੇ ਹੀ ਪੜਾਅ ਕੀਤਾ। ਵਾਪਸ ਚੱਲੇ ਤੇ ਇੱਕ ਸੋਹਣੀ ਪਾਲਕੀ ਹੁਕਮ ਕੀਤਾ ਬਣਾਉਣ ਵਾਸਤੇ। ਉਸ ਪਾਲਕੀ ਵਿੱਚ ਗੁਰਬਾਣੀ ਦੀਆਂ ਪੋਥੀਆਂ ਸਜਾਈਆਂ ਨੇ ਤੇ ਆਪ ਨੰਗੇ ਪੈਰੀ ਨਾਲ ਟੁਰ ਪਏ ਨੇ। ਸੇਵਾਦਾਰ ਇੱਕ ਹੋਰ ਪਾਲਕੀ ਲੈ ਕੇ ਆਏ, ਮਹਾਰਾਜ ਜੀ ਆਪ ਜੀ ਇਹਦੇ 'ਚ ਸਜੋ। ਪੰਜਵੇਂ ਪਾਤਸ਼ਾਹ ਨੇ ਬਚਨ ਕੀਤਾ, ਇਹ 4 ਪਾਤਸ਼ਾਹੀਆਂ ਦਾ ਸਰੂਪ ਹਨ ਇਹ ਪੋਥੀਆਂ। 4 ਪਾਤਸ਼ਾਹੀਆਂ ਦੀ ਬਾਣੀ ਹੈ ਤੇ ਉਹਨਾਂ ਦਾ ਹੀ ਸਰੂਪ ਹੈ ਉਹਨਾਂ ਵਿੱਚ, ਤੇ ਇਸ ਬਾਣੀ 'ਚ ਕੋਈ ਭੇਦ ਨਹੀਂ ਹੈ। ਸਾਡਾ ਕਰਤੱਵ ਬਣਦਾ ਕਿ ਅਸੀਂ ਅਦਬ ਰੱਖੀਏ, ਤਦੇ ਸਿੱਖਾਂ ਵਿੱਚ ਇਹਦੀ ਪਿਰਤ ਪਵੇਗੀ। ਜਿਹੜਾ ਗੁਰਬਾਣੀ ਦਾ ਅਦਬ ਭੈ ਰੱਖੇਗਾ ਉਹਦਾ ਲੋਕ ਪਰਲੋਕ ਸਵਰੇਗਾ। ਜਿਹੜਾ ਸਤਿਗੁਰਾਂ ਦਾ ਭੈ ਨਹੀਂ ਮੰਨੇਗਾ, ਅਦਬ ਨਹੀਂ ਰੱਖੇਗਾ, ਉਹ ਸਿੱਖ ਨਹੀਂ ਹੋ ਸਕਦਾ। ਤੋ ਮਹਾਰਾਜ ਜੀ ਨਾਲ ਨੰਗੇ ਪੈਰਾਂ 'ਚ ਜੋੜਾ ਨਹੀਂ ਪਾਇਆ ਮੇਰੇ ਸਾਹਿਬ ਨੇ ਚਰਨਾਂ 'ਚ, ਨੰਗੇ ਚਰਨ ਕਰਕੇ ਸਤਿਗੁਰੂ ਜੀ ਨਾਲ ਗਏ। ਗੋਇੰਦਵਾਲ ਸਾਹਿਬ ਤੋਂ ਚੱਲ ਕੇ ਖਡੂਰ ਸਾਹਿਬ ਆਏ, ਕਿਉਂਕਿ ਰਸਤੇ 'ਚ ਖਡੂਰ ਸਾਹਿਬ ਆਉਣਾ। ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਾਵਨ ਦਿਓਰੇ ਤੇ ਜਾ ਕੇ ਦਰਸ਼ਨ ਕੀਤੇ। ਬਾਬਾ ਦਾਤੂ ਜੀ ਨੂੰ ਪਤਾ ਲੱਗਾ ਕਿ ਮਹਾਰਾਜ ਪੰਜਵੇਂ ਪਾਤਸ਼ਾਹ ਆਏ ਨੇ। ਬਾਬਾ ਦਾਤੂ ਜੀ ਗੁਰੂ ਅੰਗਦ ਸਾਹਿਬ ਦੇ ਸਾਹਿਬਜ਼ਾਦੇ ਸਨ।
ਮਹਾਰਾਜ ਜੀ ਨੂੰ ਆ ਕੇ ਮਿਲੇ, ਨਮਸਕਾਰ ਕੀਤੀ। ਮਹਾਰਾਜ ਮੈਂ ਬੜੇ ਸਮੇਂ ਤੋਂ ਆਪ ਜੀ ਨੂੰ ਉਡੀਕਦਾ ਸੀ, ਤੁਸੀਂ ਆਓਗੇ। ਮੇਰੇ ਕੋਲੋਂ ਇੱਕ ਬੜੀ ਵੱਡੀ ਭੁੱਲ ਹੋਈ ਹੈ, ਉਹ ਮੈਂ ਆਪ ਜੀ ਦੇ ਚਰਨਾਂ 'ਚੋਂ ਬਖਸ਼ਾਉਣੀ ਹੈ। ਜਿਸ ਵਕਤ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰਿਆਈ ਮਿਲੀ, ਮੇਰੇ ਮਨ 'ਚ ਈਰਖਾ ਸੀ ਵੀ ਇਹ ਤਾਂ ਸਾਡੇ ਘਰ ਦੇ ਵਿੱਚ ਪਾਣੀ ਢੋਣ ਵਾਲਾ ਸਾਡਾ ਗੋਲਾ ਹੈ, ਮੈਂ ਗੁਰੂ ਦਾ ਪੁੱਤਰ ਹਾਂ, ਇਹਨਾਂ ਨੂੰ ਗੁਰਿਆਈ ਮਿਲ ਗਈ ਹੈ। ਉਸ ਵਕਤ ਗੁਰੂ ਅਮਰਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਚਲੇ ਗਏ। ਉਹਨਾਂ ਦੀ ਵਡਿਆਈ ਮੇਰੇ ਇੱਕ ਖੱਤਰੀ ਮਿੱਤਰ ਨੇ ਵੇਖੀ ਤੇ ਮੈਨੂੰ ਆ ਕੇ ਉਹਨੇ ਤਾਨਾ ਮਾਰਿਆ ਵੀ ਤੂੰ ਗੁਰੂ ਦਾ ਪੁੱਤਰ ਹੈ, ਤੇਰੇ ਕੋਲ ਕੋਈ ਨਹੀਂ ਆਉਂਦਾ। ਤੁਹਾਡੇ ਘਰ ਦਾ ਜਿਹੜਾ ਸੇਵਾਦਾਰ ਸੀ ਉਹਨੂੰ ਵੇਖੋ ਕਿੰਨੀ ਵਡਿਆਈ, ਲੋਕ ਉੱਥੇ ਲੈਣਾ ਲਾ ਕੇ ਕਤਾਰਾਂ ਲਾ ਕੇ ਖੜੇ ਆ, ਅਨੇਕਾਂ ਭਟਾਵਾਂ ਉਹਨਾਂ ਦੇ ਪਾਸ ਆਉਂਦੀਆਂ ਨੇ। ਮਾਲਕ ਤਾਂ ਤੁਸੀਂ ਹੋ, ਤੁਸੀਂ ਕਿਉਂ ਦਲਿਦਰੀ ਬਣ ਕੇ ਬੈਠੇ ਹੋ, ਉਦਮ ਕਰੋ। ਕਹਿੰਦੇ ਉਸ ਕੁਸੰਗੀ ਦੇ ਜਦੋਂ ਮੈਂ ਇਹ ਬੋਲ ਸੁਣੇ ਤੇ ਮੇਰਾ ਮਨ ਤਾਂ ਪਹਿਲਾਂ ਹੀ ਕਰਿਜਦਾ ਸੀ, ਅੱਗ ਬਲਦੀ ਸੀ। ਉਹਨੇ ਆ ਕੇ ਘਿਓ ਪਾਣ ਦਾ ਕੰਮ ਕੀਤਾ। ਤੋ ਬਾਬਾ ਦਾਤੂ ਜੀ ਆਪਣੀ ਉਹ ਸਾਰੀ ਵਿਥਿਆ ਦੱਸ ਰਹੇ ਨੇ ਕਿ ਕਿਵੇਂ ਇਹਨਾਂ ਕੋਲੋਂ ਵੱਡੀ ਭੁੱਲ ਹੋਈ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਕਲਿਆਣਕਾਰੀ ਕਥਾ ਹੈ, ਭਾਗਾਂ ਨਾਲ ਸੁਣਨੀ ਨਸੀਬ ਹੁੰਦੀ ਹੈ ਗੁਰਮੁਖੋ। ਜਦੋਂ ਭਾਗ ਜਾਗਣ ਤਾਂ ਮਹਾਰਾਜ ਜੀ ਦੀ ਕਥਾ ਕਰਨ ਤੇ ਸੁਣਨ ਦਾ ਸੁਭਾਗ ਪ੍ਰਾਪਤ ਹੁੰਦਾ। ਇਹ ਨਿਰੰਕਾਰ ਦੀ ਕਥਾ ਹੈ, ਅਕਾਲ ਪੁਰਖ ਦੀ ਕਥਾ ਹੈ, ਪਰਮੇਸ਼ਰ ਦੀ ਕਥਾ ਹੈ। ਜੋ ਇਹ ਕਥਾ ਸੁਣਿਆ ਰਗਾਵੈ, ਦੁਖ ਪਾਪ ਤਿਹ ਨਿਕਟ ਨਾ ਆਵੈ। ਜਿਹੜਾ ਕੋਈ ਮਾਈ ਭਾਈ ਇਸ ਕਥਾ ਨੂੰ ਸੁਣਦਾ ਹੈ ਜਾਂ ਪੜ੍ਹਦਾ ਹੈ, ਉਹਦੇ ਨੇੜੇ ਕੋਈ ਦੁੱਖ ਦਲਿੱਦਰ ਨਹੀਂ ਆਉਂਦਾ। ਐਸੀ ਕਥਾ ਹੈ, ਸੁਣਨ ਵਾਲਿਆਂ ਨੂੰ, ਕਥਨ ਕਰਨ ਵਾਲਿਆਂ ਨੂੰ ਚਾਰੇ ਪਦਾਰਥ ਇਸ ਕਥਾ ਦੇ ਵਿੱਚੋਂ ਹੀ ਪ੍ਰਾਪਤ ਹੋ ਜਾਂਦੇ ਆ। ਧਰਮ ਅਰਥ ਕਾਮ ਮੋਕਸ਼, ਜਿਤਨੇ ਸ਼ੁਭ ਗੁਣ ਨੇ, ਚਾਹੇ ਉਹ ਸੱਤ ਹੈ, ਸੰਤੋਖ ਹੈ, ਦਇਆ ਹੈ, ਖਿਮਾ ਹੈ, ਅਹਿੰਸਾ ਹੈ, ਮੈਤਰੀ ਹੈ, ਕਰੁਣਾ ਹੈ, ਮੁਦਤਾ ਹੈ, ਸੀਲ ਸੁਭਾਉ ਹੈ, ਇਹ ਜਿਤਨੇ ਵੀ ਸ਼ੁਭ ਗੁਣ ਨੇ, ਧੀਰਜਤਾ ਹੈ, ਨਿਰਭੈਤਾ ਹੈ, ਇਹ ਸਾਰੇ ਸ਼ੁਭ ਗੁਣ ਮਹਾਰਾਜ ਜੀ ਦੀ ਕਥਾ ਕਰਕੇ ਹੀ ਕਥਾ ਦੇ ਵਿੱਚੋਂ ਹੀ ਪ੍ਰਾਪਤ ਹੋ ਜਾਂਦੇ। ਜਿਹੜਾ ਕਥਾ ਕਥਨ ਕਰਦਾ ਪਿਆਰ ਨਾਲ ਸੁਣੇ, ਸੁਣਨ ਵਾਲਿਆਂ ਨੂੰ ਇਹ ਸਾਰੇ ਸ਼ੁਭ ਗੁਣ ਕਥਾ ਦੇ ਵਿੱਚੋਂ ਹੀ ਪ੍ਰਾਪਤ ਹੋ ਜਾਂਦੇ। ਐਸੀ ਮਹਾਰਾਜ ਜੀ ਦੀ ਇੱਕ ਕਲਿਆਣਕਾਰੀ ਕਥਾ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰਦੇਵ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਚੰਦ ਹੋਤ ਸੁਸ਼ੀਲ ਸੰਗ ਲੈ ਖੋਟੇ। ਬਾਬਾ ਦਾਤੂ ਜੀ ਦੱਸ ਰਹੇ ਨੇ ਕਿ ਜੇ ਕੋਈ ਸੁਸ਼ੀਲ ਸੁਭਾਅ ਵਾਲਾ ਬੰਦਾ ਖੋਟੇ ਬੰਦੇ ਦੀ ਸੰਗਤ ਕਰ ਲਵੇ, ਖੋਟਾ ਪੁਰਖ, ਖੋਟਾ ਬੰਦਾ ਜਿਹੜਾ ਛਲੀਆ ਹੋਵੇ, ਕਪਟੀ ਹੋਵੇ, ਚੁਗਲਖੋਰ ਹੋਵੇ, ਨਿੰਦਕ ਹੋਵੇ, ਇਹੋ ਜਿਹੇ ਖੋਟੇ ਬੰਦੇ ਦੀ ਸੰਗਤ ਜੇ ਕਿਤੇ ਸੁਸ਼ੀਲ ਬੰਦੇ ਨੂੰ ਵੀ ਮਿਲ ਜਾਵੇ, ਬਿਗੜ ਜਾਤ ਸ਼ੁਭ ਮਤ ਬਿਸਰਾਈ। ਤੇ ਜਿਹੜਾ ਉਹ ਸੁਸ਼ੀਲ ਬੰਦਾ ਹੁੰਦਾ ਉਹ ਖੋਟੇ ਦੀ ਸੰਗਤ ਕਰਕੇ ਉਹ ਵੀ ਵਿਗੜ ਜਾਂਦਾ, ਉਹਦੇ ਉੱਤੇ ਵੀ ਉਹਦਾ ਅਸਰ ਪੈ ਜਾਂਦਾ ਖੋਟੇ ਬੰਦੇ ਦੀ ਸੰਗਤ ਦਾ। ਮਾੜੇ ਭੈੜੇ ਬੰਦੇ ਦੀ ਸੰਗਤ ਦਾ, ਕੁਸੰਗ ਦਾ ਅਸਰ ਭਲੇ ਬੰਦੇ ਤੇ ਵੀ ਪੈ ਜਾਂਦਾ, ਉਹ ਵੀ ਵਿਗੜ ਜਾਂਦਾ। ਹਾਂਜੀ, ਰਿਸ਼ਤੇ ਗੋਇੰਦਵਾਲ ਪਹੁੰਚਿਓ। ਕਹਿੰਦੇ ਇਸੇ ਤਰ੍ਹਾਂ ਉਹ ਜਿਹੜਾ ਖੋਟਾ ਮਿੱਤਰ ਸੀ ਮੇਰਾ, ਜਦੋਂ ਉਹਨੇ ਆ ਕੇ ਮੈਨੂੰ ਤਾਨੇ ਮਾਰੇ, ਆਖਿਆ ਵੀ ਤੁਹਾਡੇ ਘਰ ਦਾ ਸੇਵਾਦਾਰ ਗੁਰੂ ਬਣ ਕੇ ਬੈਠਾ ਹੈ ਤੇ ਤੁਹਾਡੀ ਪੂਜਾ ਨਹੀਂ ਹੁੰਦੀ, ਉਹਨਾਂ ਦੀ ਪੂਜਾ ਹੋ ਰਹੀ ਹੈ। ਕਹਿੰਦੇ ਉਹਦੇ ਬੋਲ ਸੁਣ ਕੇ ਮੇਰਾ ਮਨ ਬੜਾ ਗੁੱਸੇ ਵਿੱਚ ਆਇਆ ਤੇ ਮੈਂ ਬੜੇ ਰੋਸ ਵਿੱਚ ਖਡੂਰ ਸਾਹਿਬ ਤੋਂ ਚੱਲ ਕੇ ਗੋਇੰਦਵਾਲ ਸਾਹਿਬ ਗਿਆ। ਸਭਾ ਵਿਖੇ ਦੇਖੀ ਤਬ ਜਾਏ। ਜਦੋਂ ਗੋਇੰਦਵਾਲ ਸਾਹਿਬ ਪਹੁੰਚਿਆ ਤੇ ਅੱਗੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੀ ਸਭਾ ਲੱਗੀ ਸੀ। ਮਹਾਰਾਜ ਜੀ ਦਾ ਦੀਵਾਨ ਸਜਿਆ ਹੋਇਆ, ਦਰਬਾਰ ਸਜਿਆ ਹੋਇਆ ਮੈਂ ਵੇਖਿਆ। ਮਨੋ ਗਿਆਨ ਕੋ ਭਾਨ ਪ੍ਰਕਾਸ਼ੇ। ਦਰਬਾਰ ਵਿੱਚ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਬੈਠੇ ਇਉਂ ਸ਼ੋਭ ਰਹੇ ਸਨ ਮਾਨੋ ਜਿਵੇਂ ਗਿਆਨ ਦਾ ਸੂਰਜ ਚੜ੍ਹਿਆ ਹੋਵੇ, ਜਿਵੇਂ ਗਿਆਨ ਦਾ ਸੂਰਜ ਪ੍ਰਕਾਸ਼ ਰਿਹਾ ਹੋਵੇ, ਇਉਂ ਸਤਿਗੁਰੂ ਜੀ ਦੇ ਦਰਸ਼ਨ ਹੋਏ। ਚੌਂ ਦਿਸ਼ ਸਤਿਗੁਣ ਜਨ ਸਮੁਦਾਇ। ਤੇ ਜਿੰਨੇ ਆਲੇ ਦੁਆਲੇ ਗੁਰੂ ਕੇ ਸਿੱਖ ਸਨ
ਉਹ ਇਉਂ ਜਾਪਦੇ ਸੀ ਮਾਨੋ ਜਿਵੇਂ ਸਤਗੁਣ ਆਲੇ ਦੁਆਲੇ ਸਾਰੇ ਬੈਠੇ ਹੋਣ, ਸ਼ੁਭ ਗੁਣਾਂ ਦਾ ਨੇੜੇ ਤੇੜੇ ਪਰਿਵਾਰ ਹੋਵੇ। ਅਵਗੁਣ ਉਡਗਨ ਨਿਸਾ ਅਵਿਦਿਆ, ਜਿਵੇਂ ਸੂਰਜ ਚੜ੍ਹਦਿਆਂ ਹਨੇਰਾ ਤੇ ਤਾਰੇ ਛੁਪ ਜਾਂਦੇ ਨੇ, ਤਾਰੇ ਛਪੇ ਅੰਧੇਰ ਪਲੋਆ। ਕਹਿੰਦੇ ਇਸੇ ਤਰ੍ਹਾਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੇ ਪ੍ਰਕਾਸ਼ਣ ਨਾਲ ਨੇੜੇ ਤੇੜੇ ਨਾ ਤਾਂ ਅਵਿਦਿਆ ਰੂਪੀ ਹਨੇਰਾ ਦਿਸਦਾ ਸੀ, ਨਾ ਹੀ ਔਗਣਾ ਰੂਪੀ ਕਿਸੇ ਪ੍ਰਕਾਰ ਦੇ ਤਾਰੇ ਨਜ਼ਰ ਆਉਂਦੇ ਸਨ। ਨੈ ਪਈਅਤ ਸਭ ਗਏ ਪਲਾਏ, ਉੱਥੇ ਨਾ ਅਵਿਦਿਆ ਦਿਸਦੀ ਆ, ਨਾ ਕੋਈ ਔਗਣ ਦਿਸਦਾ, ਇਹ ਸਾਰੇ ਹੀ ਚਲੇ ਗਏ ਜਿਵੇਂ ਸੂਰਜ ਦੇ ਚੜ੍ਹਦਿਆਂ ਹਨੇਰਾ ਚਲਿਆ ਜਾਂਦਾ ਹੈ। ਇਕ ਕਰ ਜੋਰ ਬੰਦ ਨਾ ਕਰਈ, ਪਾਤਸ਼ਾਹ ਦਾ ਦਰਬਾਰ ਸਜਿਆ ਹੋਇਆ, ਬੜੀ ਸੰਗਤ ਆ ਰਹੀ ਹੈ। ਇੱਕ ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਤੇ ਆ ਕੇ ਬੰਦਨਾ ਕਰਦੇ ਹਨ। ਏਕ ਉਪਾਇਨ ਅਰਪਿਆਨ, ਇੱਕ ਆ ਕੇ ਮਹਾਰਾਜ ਜੀ ਦੇ ਚਰਨਾਂ 'ਚ ਭਟਾਵਾਂ ਅਰਪਣ ਕਰਦੇ ਨੇ। ਅਨੇਕ ਪ੍ਰਕਾਰ ਦੀਆਂ ਭਟਾਵਾਂ ਗੁਰੂ ਕੇ ਸਿੱਖ ਉਹ ਗੁਰਦੇਵ ਦੇ ਪਾਵਨ ਚਰਨਾਂ 'ਚ ਲਿਆ ਕੇ ਅਰਪਣ ਕਰਦੇ ਹਨ। ਇਕ ਜਾਚਿਤ ਬਾਚਿਤ ਚਿਤ ਕੋ, ਇੱਕ ਸਾਹਮਣੇ ਹੱਥ ਜੋੜ ਕੇ ਖੜੇ ਨੇ, ਮਹਾਰਾਜ ਜੀ ਕੋਲੋਂ ਜਾਂਚਾ ਕਰਦੇ, ਮੰਗ ਕਰਦੇ, ਮਹਾਰਾਜ ਗਰੀਬ ਨਵਾਜ ਕਿਰਪਾ ਕਰੋ, ਸਾਡੀ ਇਹ ਇੱਛਾ ਹੈ। ਕਈ ਤਰ੍ਹਾਂ ਦੀਆਂ ਇੱਛਾਵਾਂ ਦੀ ਮੰਗ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰਕੇ ਕਰਦੇ ਹਨ। ਇਕ ਬੂਝਤ ਆਪਣੀ ਕਲਿਆਣ, ਇੱਕ ਮਹਾਰਾਜ ਜੀ ਕੋਲੋਂ ਆਪਣੀ ਕਲਿਆਣ ਪੁੱਛਦੇ, ਮਹਾਰਾਜ ਸਾਡੀ ਕਲਿਆਣ ਕਿਵੇਂ ਹੋਵੇਗੀ, ਸਾਡਾ ਜਨਮ ਮਰਨ ਕਿਵੇਂ ਕੱਟਿਆ ਜਾਵੇਗਾ। ਤੇ ਸਤਿਗੁਰੂ ਜੀ ਉਹਨਾਂ ਨੂੰ ਉਪਦੇਸ਼ ਦੇ ਰਹੇ ਨੇ, ਬਚਨ ਸੁਣਾ ਰਹੇ ਨੇ ਕਿ ਤੁਹਾਡਾ ਜਨਮ ਮਰਨ ਕਿਵੇਂ ਕੱਟਿਆ ਜਾਏਗਾ। ਏਕ ਸ਼ਬਦ ਕੋ ਪਠੇ ਵਿਚਾਰੇ, ਕਈ ਗੁਰਸਿੱਖ ਬੈਠੇ ਗੁਰਬਾਣੀ ਪੜ੍ਹ ਰਹੇ ਨੇ, ਗੁਰਬਾਣੀ ਪੜ੍ਹ ਕੇ ਤੇ ਗੁਰਬਾਣੀ ਦੀ ਵਿਚਾਰ ਕਰਦੇ ਆ, ਗੁਰੂ ਕੇ ਸ਼ਬਦ ਨੂੰ ਪੜ੍ਹ ਕੇ ਸ਼ਬਦ ਨੂੰ ਵਿਚਾਰਦੇ ਹਨ। ਗਾਏ ਰਬਾਬੀ ਰਾਗਨ ਤਾਨ, ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਰਬਾਬੀ ਕੀਰਤਨ ਕਰਦੇ ਨੇ, ਤਾਨ ਲਾ ਲਾ ਕੇ ਪੂਰੇ ਤਾਣ ਨਾਲ ਜ਼ੋਰ ਨਾਲ ਹਿੱਕ ਦਾ ਜ਼ੋਰ ਢਾਹ ਕੇ ਬੜੇ ਪਿਆਰ ਨਾਲ ਰੀਝ ਕੇ ਗੁਰਬਾਣੀ ਦਾ ਕੀਰਤਨ ਕਰਦੇ ਹਨ। ਇਕ ਅਰਦਾਸ ਕਰਤੇ ਠਾਂਡੇ, ਇੱਕ ਮਹਾਰਾਜ ਜੀ ਦੇ ਸਨਮੁਖ ਖਲੋਤੇ ਅਰਦਾਸ ਕਰ ਰਹੇ ਨੇ, ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕਰ ਰਹੇ ਹਨ। ਮੰਗਲ ਹੋਤੇ ਅਨੇਕ ਵਿਧਾਨ, ਅਨੇਕ ਪ੍ਰਕਾਰ ਦੇ ਮੰਗਲਾਚਾਰ ਮਹਾਰਾਜ ਜੀ ਦੀ ਸਭਾ 'ਚ ਹੋ ਰਹੇ ਨੇ। ਸਤਿਗੁਰਾਂ ਦੇ ਦੀਵਾਨ ਵਿੱਚ ਦਰਬਾਰ ਵਿੱਚ ਅਨੇਕ ਪ੍ਰਕਾਰ ਦੇ ਮੰਗਲਾਚਾਰ ਹੋ ਰਹੇ ਨੇ। ਅਧਿਕ ਪ੍ਰਤਾਪ ਬਿਲੋਕ ਜਰਿਓ ਨੇ, ਬਾਬਾ ਦਾਤੂ ਜੀ ਕਹਿੰਦੇ ਜਦੋਂ ਮੈਂ ਜਾ ਕੇ ਸਤਿਗੁਰਾਂ ਦਾ ਇੰਨਾ ਪ੍ਰਤਾਪ ਵੇਖਿਆ, ਕਹਿੰਦੇ ਮੇਰੇ ਕੋਲੋਂ ਜਰਿਆ ਨਹੀਂ ਗਿਆ, ਕਿਉਂਕਿ ਮੇਰੇ ਅੰਦਰ ਈਰਖਾ ਸੀ ਉਹਨਾਂ ਪ੍ਰਤੀ। ਤੇ ਜਦੋਂ ਉਹਨਾਂ ਦਾ ਇਹ ਵੱਡਾ ਭਾਰੀ ਪ੍ਰਤਾਪ ਮੈਂ ਵੇਖਿਆ ਤੇ ਕਹਿੰਦੇ ਮੇਰੇ ਕੋਲੋਂ ਜਰਿਆ ਨਹੀਂ ਗਿਆ। ਜਰਿਓ ਕ੍ਰੋਧ ਕੀ ਅਗਨ ਮਝਾਰ, ਮੈਂ ਕ੍ਰੋਧ ਦੀ ਅੱਗ ਦੇ ਵਿੱਚ ਸੜਨ ਲੱਗ ਪਿਆ। ਜਦੋਂ ਉਹਨਾਂ ਦਾ ਪ੍ਰਤਾਪ ਵੇਖਿਆ ਮੇਰਾ ਹਿਰਦਾ ਹੀ ਸੜ ਗਿਆ, ਕ੍ਰੋਧ ਦੀ ਅੱਗ ਦੇ ਵਿੱਚ ਮੇਰਾ ਕਾਲਜਾ ਸੜਨ ਲੱਗਾ। ਤੂਰਨ ਕਰਤ ਉਲੰਘਿਓ ਸਭ ਕੋ, ਕਹਿੰਦੇ ਜਿੰਨੀ ਸੰਗਤ ਬੈਠੀ ਸੀ ਮੈਂ ਸਾਰਿਆਂ ਨੂੰ ਪਛਾੜ ਕੇ ਸਭ ਦੇ ਵਿੱਚੋਂ ਨਿਕਲ ਕੇ ਅੱਗੇ ਆ ਗਿਆ ਗੁਰਦੇਵ ਦੇ ਕੋਲ। ਜਾਏ ਗੁਰੂ ਕੇ ਲਾਤ ਪ੍ਰਹਾਰ, ਗੁਰੂ ਅਮਰਦਾਸ ਸਾਹਿਬ ਜੀ ਤਖਤ ਤੇ ਬੈਠੇ ਸੀ। ਕਹਿੰਦੇ ਮੈਂ ਜਾ ਕੇ ਨਮਸਕਾਰ ਨਹੀਂ ਕੀਤੀ, ਕੋਈ ਜਾ ਕੇ ਸੀਸ ਨਹੀਂ ਝੁਕਾਇਆ। ਕਹਿੰਦੇ ਮੈਂ ਇੰਨਾ ਜ਼ਿਆਦਾ ਗੁੱਸੇ 'ਚ ਆਇਆ ਵੀ ਗੁੱਸੇ ਵਿੱਚ ਖਾਲਸਾ ਜੀ ਅਕਲ ਤੇ ਪਰਦਾ ਪੈ ਜਾਂਦਾ, ਸੋਚਣ ਸਮਝਣ ਦੀ ਸ਼ਕਤੀ ਖਤਮ ਹੋ ਜਾਂਦੀ ਹੈ। ਕਹਿੰਦੇ ਮੈਂ ਇੰਨਾ ਗੁੱਸੇ ਵਿੱਚ ਸੀ ਕਿ ਜਾਂਦਿਆਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੀ ਵੱਖੀ ਦੇ ਵਿੱਚ ਲੱਤ ਮਾਰੀ। ਬਾਬਾ ਦਾਤੂ ਜੀ ਦੱਸ ਰਹੇ ਨੇ ਵੀ ਮੇਰੇ ਕੋਲ ਆਹ ਕਰਤੂਤ ਹੋਈ ਆ ਮਾੜੀ। ਮੈਂ ਜਾ ਕੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੀ ਵੱਖੀ ਵਾਲੀ ਜਿਹੜੀ ਜਗ੍ਹਾ ਹੈ ਮਾਰੀ ਤਾਂ ਛਾਤੀ ਵਿੱਚ ਸੀ ਤੇ ਪੈਰ ਹਿੱਲ ਕੇ ਉਹਨਾਂ ਦੀ ਵੱਖੀ ਦੇ ਵਿੱਚ ਵੱਜਾ। ਕਈ ਕਠੋਰ ਗਿਰਾ ਬਹੁ ਬਿਦਕੀ, ਔਰ ਨਾਲੇ ਲੱਤ ਮਾਰੀ ਤੇ ਨਾਲੇ ਬੜੇ ਕਠੋਰ ਬੋਲ ਬੋਲੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੂੰ, ਜਿਹੜੇ ਮੈਨੂੰ ਕਦੇ ਨਹੀਂ ਸਨ ਕਹਿਣੇ ਚਾਹੀਦੇ। ਦਈ ਅਨੇਕ ਪ੍ਰਕਾਰ ਨਗਾਰ, ਮੈਂ ਕਈ ਤਰ੍ਹਾਂ ਦੇ ਕਠੋਰ ਬੋਲ ਬੋਲੇ ਉਹਨਾਂ ਨੂੰ, ਕੜਵੇ ਬੋਲ ਬੋਲੇ ਜਿਹੜੇ ਮੈਨੂੰ ਨਹੀਂ ਸਨ ਕਰਨੇ ਚਾਹੀਦੇ। ਨਿਬਲ ਸ਼ਰੀਰ ਅਵਸਥਾ ਬ੍ਰਿਧ ਵੱਡ, ਹੁਣ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਬਿਰਧ ਅਵਸਥਾ ਵਿੱਚ ਸੀ, ਤਨ ਦੇ ਉੱਤੇ ਬੁਢੇਪਾ ਸੀ, ਜਿਸ ਕਰਕੇ ਸਰੀਰ ਨਿਰਬਲ ਸੀ। ਸਯੋ ਨ ਗਇਓ ਘਾਤ ਤਿਸ ਬਾਰ, ਬਾਬਾ ਦਾਤੂ ਜੀ ਕਹਿੰਦੇ ਮੇਰੀ ਲੱਤ ਦਾ ਜਿਹੜਾ ਪ੍ਰਹਾਰ ਸੀ ਉਹ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲੋਂ ਸਹਿਆ ਨਹੀਂ ਗਿਆ, ਕਿਉਂਕਿ ਬਿਰਧ ਸਰੀਰ ਸੀ।
ਇੱਕਦਮ ਉਹਨਾਂ ਦਾ ਸਰੀਰ ਹਿੱਲ ਗਿਆ ਜਦੋਂ ਮੈਂ ਪੈਰ ਮਾਰਿਆ। ਵਖੇ ਸਥਲ ਮੈਂ ਘਾਤ ਲਾਤ ਕੋ। ਮੇਰੀ ਲੱਤ ਦਾ ਜਿਹੜਾ ਘਾਤ ਸੀ ਉਹ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੀ ਜਿਹੜੀ ਵੱਖੀ ਵਾਲੀ ਥਾਂ ਹੁੰਦੀ ਹੈ, ਉਹ ਵੱਖੀ ਵਾਲੀ ਜਿਹੜੀ ਜਗ੍ਹਾ ਉੱਥੇ ਜਾ ਕੇ ਵੱਜੀ। ਲਗਤ ਗਿਰੇ ਪ੍ਰਿਥਵੀ ਪਰ ਜਾਏ। ਔਰ ਲੱਗਦਿਆਂ ਸਾਰ ਮਹਾਰਾਜ ਜੀ ਤਖਤ ਤੋਂ ਥੱਲੇ ਜ਼ਮੀਨ ਤੇ ਡਿੱਗ ਪਏ। ਮਹਾਰਾਜ ਗੁਰੂ ਅਮਰਦਾਸ ਸਾਹਿਬ, ਮੇਰਾ ਜਦੋਂ ਪੈਰ ਵੱਜਾ ਉਹਨਾਂ ਦੀ ਛਾਤੀ ਵੱਲ ਚ ਮਾਰਿਆ ਸੀ, ਪਰ ਉਹਨਾਂ ਦੀ ਵੱਖੀ ਸਥਲ ਚ ਵੱਜਾ, ਜ਼ੋਰ ਨਾਲ ਵੱਜਾ। ਸਰੀਰ ਉਹਨਾਂ ਦਾ ਬਿਰਧ ਸੀ, ਸਹਾਰਿਆ ਨਹੀਂ ਗਿਆ, ਆਪਣਾ ਆਪ ਸੰਭਾਲਿਆ ਨਹੀਂ ਗਿਆ, ਤੇ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਤਖਤ ਤੋਂ ਥੱਲੇ ਜ਼ਮੀਨ ਤੇ ਭੁੰਜਿਆਂ ਡਿੱਗ ਪਏ। ਹਾਹਾਕਾਰ ਸਭਾ ਮੇ ਹੋਵਾ। ਇੱਕਦਮ ਸਾਰੀ ਸਭਾ ਚ ਹਾਹਾਕਾਰ ਮਚ ਗਈ। ਜਿੰਨੀ ਸੰਗਤ ਬੈਠੀ ਸੀ ਇੱਕਦਮ ਹਾਹਾਕਾਰ ਮਚ ਗਈ, ਜਿੰਨੇ ਸਿੱਖ ਬੈਠੇ ਸਨ। ਸਿੱਖਨ ਗਏ ਪੁੱਜਦਈ ਬਿਠਾਏ। ਭੱਜ ਕੇ ਸਿੱਖ ਆਏ ਅੱਗੇ, ਉਹਨਾਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੂੰ ਥੱਲਿਓਂ ਜ਼ਮੀਨ ਤੋਂ ਡਿੱਗਿਆਂ ਨੂੰ ਚੁੱਕਿਆ, ਵਿਰਧ ਸਨ, ਤੇ ਉਠਾ ਕੇ ਮਹਾਰਾਜ ਜੀ ਨੂੰ ਬਿਠਾਇਆ। ਉਠਤ ਭਾਈ ਸੁਧ ਮਮ ਪਗ ਪਕਰੇ। ਕਹਿੰਦੇ ਜਦੋਂ ਮਹਾਰਾਜ ਜੀ ਉੱਠੇ ਨਾ, ਇੰਨੇ ਨਿਮਰਤਾ ਵਾਲੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਆਪਣੇ ਗੁਰਦੇਵ ਦੇ ਸਾਹਿਬਜ਼ਾਦੇ ਦਾ ਸਤਿਕਾਰ ਕਰਦੇ ਕਿ ਮੇਰੇ ਗੁਰਦੇਵ ਦੇ ਪੁੱਤਰ ਨੇ, ਬਾਬਾ ਦਾਤੂ ਜੀ ਗੁਰੂ ਅੰਗਦ ਸਾਹਿਬ ਦੇ ਪੁੱਤਰ ਨੇ। ਤੋ ਇੰਨਾ ਅਦਬ ਮਨ ਵਿੱਚ, ਇਹ ਗੁਰੂ ਅੰਗਦ ਸਾਹਿਬ ਦਾ ਅਦਬ ਸੀ ਕਿ ਗੁਰੂ ਅੰਗਦ ਸਾਹਿਬ ਕਰਕੇ ਬਾਬੇ ਦਾਤੂ ਦਾ ਸਤਿਕਾਰ ਹੋ ਰਿਹਾ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਠ ਕੇ ਬੈਠੇ। ਕਹਿੰਦੇ ਉੱਠ ਕੇ ਉਹਨਾਂ ਨੇ ਮੇਰਾ ਚਰਨ ਪਕੜ ਲਿਆ, ਮੇਰਾ ਪੈਰ ਪਕੜ ਲਿਆ। ਸਨੇ ਸਨੇ ਮਲ ਮਿਰਦੁਲਤਾਈ। ਤੇ ਮੇਰਾ ਪੈਰ ਫੜ ਕੇ ਥੱਲੇ ਹੀ ਭੁੰਜਿਆਂ ਬੈਠੇ ਨੇ, ਤੇ ਮੇਰਾ ਪੈਰ ਫੜ ਕੇ ਹੌਲੇ ਹੌਲੇ ਆਪਣੇ ਹੱਥਾਂ ਨਾਲ ਮਲਣ ਲੱਗ ਪਏ। ਮਹਾਰਾਜ ਗੁਰੂ ਅਮਰਦਾਸ ਸਾਹਿਬ ਆਪਣੇ ਹੱਥਾਂ ਦੇ ਨਾਲ ਬਾਬੇ ਦਾਤੂ ਦਾ ਪੈਰ ਝੱਸਦੇ ਹਨ। ਕਹਿਣ ਲਗੇ ਮਮ ਅੰਗ ਨਿਠੁਰ ਵੱਡ। ਤੇ ਕਹਿਣ ਲੱਗੇ ਬਾਬਾ ਦਾਤੂ ਜੀ, ਇੱਕ ਤੋਂ ਬੈ ਤੇ ਬਿਰਧ ਭਇਓ ਹੋ, ਦੁਤੀਆ ਸੇਵਤ ਕਰਤ ਰਹਿਓ ਹੋ। ਇੱਕ ਤਾਂ ਉਮਰ ਵਡੇਰੀ ਚ ਹੱਡ ਉਦਾਂ ਹੀ ਪਕੜ ਜੇ ਹੁੰਦੇ ਆ। ਦੂਜਾ ਮੈਂ ਬਹੁਤ ਮਿਹਨਤ ਕੀਤੀ ਹੈ ਸਰੀਰ ਨਾਲ, ਕੰਮ ਬਹੁਤ ਕੀਤਾ ਹੈ, ਤੇ ਜੋ ਜ਼ਿਆਦਾ ਕੰਮ ਕੀਤਾ ਸਰੀਰ ਨਾਲ ਤੇ ਹੱਡ ਉਹਨੇ ਜ਼ਿਆਦਾ ਪੱਕੇ ਹੋ ਜਾਂਦੇ ਆ। ਤੇ ਮੇਰੀਆਂ ਇਹ ਸਰੀਰ ਦੀਆਂ ਹੱਡੀਆਂ ਬਹੁਤ ਨਿਠੁਰ ਨੇ, ਕਠੋਰ ਨੇ। ਕਰਤਕਾਰ ਕੋ ਬੈਸ ਬਿਤਾਏ। ਮੈਂ ਸਾਰੀ ਜ਼ਿੰਦਗੀ ਕੰਮ ਕਰਦਿਆਂ ਬਤੀਤ ਕੀਤੀ ਹੈ। ਤੁਮ ਨਿਤ ਬੈਠੇ ਮ੍ਰਿਦ ਪਦ ਪੰਕਜ। ਬਾਬਾ ਜੀ ਤੁਸੀਂ ਗੁਰਦੇਵ ਦੇ ਸਾਹਿਬਜ਼ਾਦੇ ਹੋ, ਤੁਸੀਂ ਤਾਂ ਸਦਾ ਕੋਮਲ ਵਿਛੋਣਿਆਂ ਤੇ ਰਹੇ ਹੋ। ਆਪ ਜੀ ਨੇ ਸਦਾ ਹੀ ਬੈਠਣਾ ਕੀਤਾ। ਆਪ ਜੀ ਦੇ ਚਰਨ ਬੜੇ ਕੂਲੇ ਤੇ ਕੋਮਲ ਹਨ। ਪੀੜਤ ਹੋਏ ਲਾਗ ਮਮ ਅੰਗ। ਮੇਰੇ ਸਰੀਰ ਵਿੱਚ ਹੱਡੀਆਂ 'ਚ ਵੱਜ ਕੇ ਤੁਹਾਡੇ ਚਰਨ ਵਿੱਚ ਪੀੜ ਹੋਈ ਹੋਵੇਗੀ, ਦਰਦ ਹੋਈ ਹੋਵੇਗੀ, ਕਿਉਂਕਿ ਮੇਰੀਆਂ ਹੱਡੀਆਂ ਪੱਕੀਆਂ ਨੇ। ਤੁਹਾਡਾ ਚਰਨ ਕੂਲਾ ਹੈ, ਕੋਮਲ ਹੈ। ਸਦਾ ਆਪ ਜੀ ਤਖਤ ਤੇ ਰਹਿੰਦੇ ਹੋ, ਕੋਮਲ ਵਿਛਾਉਣਿਆਂ ਤੇ ਫਿਰਦੇ ਹੋ। ਕਦੇ ਆਪ ਜੀ ਨੇ ਸਰੀਰ ਨਾਲ ਖੇਚਲਾ ਨਹੀਂ ਕੀਤੀ। ਗੁਰਦੇਵ ਦੇ ਸਾਹਿਬਜ਼ਾਦੇ ਹੋ, ਤੇ ਤੁਹਾਡਾ ਚਰਨ ਜਦੋਂ ਮੇਰੀਆਂ ਇਹਨਾਂ ਹੱਡੀਆਂ 'ਚ ਵੱਜਾ, ਇਹਦੇ 'ਚ ਦਰਦ ਹੋਈ ਹੋਵੇਗੀ, ਇਹਦੇ ਵਿੱਚ ਪੀੜਾ ਹੋਈ ਹੋਵੇਗੀ। ਕਰੀ ਅਵਗਿਆ ਤੁਮ ਕੋ ਦੇਖੇ। ਕਹਿੰਦੇ ਮੈਂ ਬੜੀ ਵੱਡੀ ਅਵਗਿਆ ਕੀਤੀ। ਵੇਖੋ ਗੁਰੂ ਅਮਰਦਾਸ ਸਾਹਿਬ ਦੀ ਨਿਮਰਤਾ। ਕਹਿੰਦੇ ਮੈਂ ਤੁਹਾਨੂੰ ਵੇਖ ਕੇ ਉੱਠਿਆ ਨਹੀਂ, ਮੈਂ ਤੁਹਾਡੀ ਅਵਗਿਆ ਕੀਤੀ ਹੈ ਕਿ ਤੁਸੀਂ ਗੁਰੂ ਅੰਗਦ ਦੇਵ ਸਾਹਿਬ ਦੇ ਸਾਹਿਬਜ਼ਾਦੇ ਹੋ, ਸਭਾ ਵਿੱਚ ਆਏ ਹੋ। ਮੇਰਾ ਫਰਜ਼ ਬਣਦਾ ਸੀ ਮੈਂ ਉੱਠ ਕੇ ਸਤਿਕਾਰ ਕਰਦਾ, ਮੈਂ ਉੱਠਿਆ ਨਹੀਂ, ਤੁਹਾਡੀ ਅਵਗਿਆ ਕੀਤੀ ਹੈ। ਉੱਠਿਓ ਨਾ ਮੈਂ ਆਦਰ ਕੇ ਸੰਗ। ਤੁਹਾਡਾ ਆਦਰ ਕਰਨ ਵਾਸਤੇ, ਤੁਹਾਡਾ ਸਤਿਕਾਰ ਕਰਨ ਵਾਸਤੇ ਅਸੀਂ ਅੱਗੋਂ ਨਹੀਂ ਉੱਠੇ। ਜਥਾ ਜੋਗ ਤਾੜਨ ਕੀਏ ਮੁਝ ਕੋ। ਬਾਬਾ ਜੀ ਤੁਸੀਂ ਚੰਗਾ ਕੀਤਾ, ਮੈਨੂੰ ਤਾੜ ਨਾ ਕੀਤੀ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਨਿਮਰਤਾ ਵੀ ਹੋਵੇ ਤੇ ਕਿਸ ਹੱਦ ਤਾਈਂ। ਇੱਥੇ ਕੋਈ ਹੱਦ ਹੀ ਕੋਈ ਨਹੀਂ, ਕੋਈ ਹੱਦਬੰਦੀ ਨਹੀਂ। ਕਹਿੰਦੇ ਬਾਬਾ ਜੀ ਚੰਗਾ ਕੀਤਾ ਤੁਸੀਂ, ਮੈਂ ਤੁਹਾਡਾ ਅਨਾਦਰ ਕੀਤਾ, ਉੱਠਿਆ ਨਹੀਂ ਤੁਹਾਡੇ ਅੱਗੇ। ਤੁਸੀਂ ਮੈਨੂੰ ਇਹ ਲੱਤ ਮਾਰ ਕੇ, ਇਹ ਤਾੜਨਾ ਕਰਕੇ ਮੈਨੂੰ ਸਜ਼ਾ ਦਿੱਤੀ ਹੈ, ਚੰਗਾ ਕੀਤਾ। ਹਾਂਜੀ, ਗੁਰ ਕੇ ਨੰਦਨ ਬੋਧੇ ਉਤੰਗ। ਤੁਸੀਂ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਹੋ, ਗੁਰਦੇਵ ਦੇ ਸਾਹਿਬਜ਼ਾਦੇ ਹੋ, ਇਸ ਕਰਕੇ ਤੁਸੀਂ ਸਤਿਕਾਰਯੋਗ ਹੋ, ਉੱਚੇ ਹੋ, ਵੱਡੇ ਹੋ, ਬੁੱਧੀਮਾਨ ਹੋ। ਤੁਹਾਡਾ ਇਹ ਹੱਕ ਹੈ,
ਤੁਸੀਂ ਜੇ ਕੋਈ ਗਲਤੀ ਕਰੇ ਤੇ ਉਹਨੂੰ ਤਾੜਨਾ ਕਰ ਸਕਦੇ ਹੋ। ਆਪ ਕਰੋ ਫੁਰਮਾਵਨ ਕੋ ਅਬ। ਬਾਬਾ ਜੀ ਹੁਕਮ ਕਰੋ, ਮੇਰੇ ਲਈ ਸੇਵਾ ਕੀ ਹੈ? ਆਪ ਜੀ ਫਰਮਾਓ, ਆਪ ਜੀ ਦਾ ਕੀ ਹੁਕਮ ਹੈ? ਸੇਵਾ ਠਾਨੋ ਹਿਰਦੈ ਉਮੰਗ। ਬਾਬਾ ਜੀ ਦੱਸੋ ਮੈਂ ਤੁਹਾਡੀ ਕੀ ਸੇਵਾ ਕਰਾਂ, ਤੁਹਾਡੀ ਕੀ ਟਹਿਲ ਕਰਾਂ? ਜਿਹੜੀ ਵੀ ਸੇਵਾ ਆਪ ਜੀ ਕਹੋਗੇ ਉਹ ਸੇਵਾ ਮੈਂ ਆਪ ਜੀ ਦੀ ਕਰਾਂਗਾ। ਮੈਂ ਗੁਰਦਾਸ ਗੁਰੂ ਸੁਤੋ ਤੁਮ। ਮੈਂ ਗੁਰੂ ਸਾਹਿਬ ਦਾ ਦਾਸ ਹਾਂ ਤੇ ਤੁਸੀਂ ਗੁਰੂ ਦੇ ਸਾਹਿਬਜ਼ਾਦੇ ਹੋ। ਸਾਹਿਬਜ਼ਾਦਾ ਵੱਡਾ ਹੁੰਦਾ, ਦਾਸ ਤਾਂ ਬਾਅਦ ਵਿੱਚ ਹੁੰਦਾ। ਬਾਬਾ ਜੀ ਤੁਸੀਂ ਗੁਰਦੇਵ ਦੇ ਸਾਹਿਬਜ਼ਾਦੇ ਹੋ, ਪੁੱਤਰ ਹੋ, ਤੇ ਮੈਂ ਗੁਰਦੇਵ ਦਾ ਦਾਸ ਹਾਂ। ਗੁਰ ਸਮ ਲਖੋ ਆਪ ਕੋ ਨੀਤ। ਤੁਸੀਂ ਮੇਰੇ ਵਾਸਤੇ ਗੁਰੂ ਅੰਗਦ ਸਾਹਿਬ ਦੀ ਅੰਸ਼ ਹੋ, ਉਹਨਾਂ ਦੇ ਤਨ ਚੋਂ ਉਪਜੇ ਹੋ, ਤੇ ਮੇਰੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੀ ਰੂਪ ਤੁਹਾਡੇ ਵਿੱਚ ਨਜ਼ਰ ਆਉਂਦਾ ਹੈ। ਕ੍ਰੋਧ ਨਿਵਾਰ ਛਿਮੋ ਅਪਰਾਧੋ। ਤੁਸੀਂ ਆਪਣਾ ਗੁੱਸਾ ਛੱਡ ਕੇ, ਆਪਣਾ ਕ੍ਰੋਧ ਨਿਵਾਰ ਕੇ ਮੇਰਾ ਅਪਰਾਧ ਛਿਮਾ ਕਰ ਦਿਓ। ਮੇਰੇ ਕੋਲ ਅਪਰਾਧ ਹੋਇਆ ਵੀ ਮੈਂ ਤੁਹਾਡਾ ਸਤਿਕਾਰ ਨਹੀਂ ਕੀਤਾ ਉੱਠ ਕੇ, ਤੁਸੀਂ ਮੇਰਾ ਇਹ ਅਪਰਾਧ ਛਿਮਾ ਕਰ ਦਿਓ। ਉਰ ਸਾਧੂ ਸੇਵਕ ਮਮ ਚੀਤ। ਤੁਹਾਡਾ ਹਿਰਦਾ ਸਾਧੂਆਂ ਵਾਲਾ ਹੈ, ਮੈਂ ਤਾਂ ਸਦਾ ਹੀ ਤੁਹਾਡਾ ਸੇਵਕ ਹਾਂ। ਦਾਸਨ ਦਾਸ ਪਛਾਨੋ ਮੋਕੋ। ਬਾਬਾ ਜੀ ਜਿਹੜੇ ਘਰੋਂ ਤੁਸੀਂ ਆਏ ਹੋ, ਗੁਰੂ ਅੰਗਦ ਸਾਹਿਬ ਦੇ ਘਰੋਂ, ਉਸ ਘਰ ਦੇ ਦਾਸਾਂ ਦਾ ਵੀ ਮੈਨੂੰ ਦਾਸ ਜਾਣੋ। ਗੁਰੂ ਅੰਗਦ ਸਾਹਿਬ ਦੇ ਘਰ ਦੇ ਜਿਹੜੇ ਦਾਸ ਨੇ, ਉਹਨਾਂ ਦਾਸਾਂ ਦਾ ਵੀ ਮੈਨੂੰ ਦਾਸ ਜਾਣੋ। ਕੀਨ ਕਿਰਪਾਲ ਵਿਸਾਲ ਸੁਨੀਤ। ਆਪ ਜੀ ਨੇ ਬੜੀ ਕਿਰਪਾ ਕੀਤੀ ਹੈ ਕਿ ਆਪ ਚੱਲ ਕੇ ਆਇਓ, ਸਾਨੂੰ ਆ ਕੇ ਇੱਥੇ ਦਰਸ਼ਨ ਦਿੱਤੇ ਹਨ। ਆਪਨ ਜਾਣ ਕੇ ਤਾੜਤ ਭੇ ਮੁਝੇ। ਤੁਹਾਡੇ ਆਪਣਿਆਂ ਤਾਂ ਹੀ ਤਾਂ ਤਾੜਦੇ ਹੋ, ਕਦੇ ਕੋਈ ਬਗਾਨਿਆਂ ਨੂੰ ਵੀ ਤਾੜਦਾ ਹੁੰਦਾ? ਤੁਸੀਂ ਸਾਨੂੰ ਆਪਣਾ ਜਾਣ ਕੇ ਤਾੜਨਾ ਕੀਤੀ ਹੈ। ਆਪਣਿਆਂ ਤੇ ਹੱਕ ਹੁੰਦਾ, ਉਹਨਾਂ ਨੂੰ ਤਾੜਿਆ ਜਾ ਸਕਦਾ। ਵੇਖੋ ਮਹਾਰਾਜ ਜੀ ਦੀ ਵਡਿਆਈ ਕਿੰਨੀ, ਗੁਰੂ ਅਮਰਦਾਸ ਸਾਹਿਬ ਦੀ। ਕਹਿੰਦੇ ਬਾਬਾ ਜੀ ਤੁਸੀਂ ਸਾਨੂੰ ਆਪਣਾ ਜਾਣ ਕੇ ਤਾੜਿਆ, ਕਦੇ ਕੋਈ ਬਗਾਨਿਆਂ ਨੂੰ ਵੀ ਤਾੜਦਾ ਹੁੰਦਾ? ਇਹ ਤੁਹਾਡਾ ਹੱਕ ਸੀ। ਦੇਖ ਵਿਕਾਰਨ ਮਤ ਵਿਪਰੀਤ। ਆਪਣਾ ਜਾਣ ਕੇ ਤਾੜਿਆ ਤੁਸੀਂ, ਮੇਰੀ ਉਲਟੀ ਮਤ ਵੇਖੀ ਹੈ, ਤੇ ਮੇਰੀ ਵਿਪਰੀਤ ਉਲਟੀ ਮਤ ਵੇਖ ਕੇ ਤੁਸੀਂ ਮੈਨੂੰ ਤਾੜਿਆ। ਮੈਂ ਸੁਨ ਕ੍ਰੋਧਤ ਬਾਕ ਕਹਿਓ ਤਬ। ਬਾਬਾ ਦਾਤੂ ਜੀ ਕਹਿੰਦੇ ਗੁਰੂ ਅਮਰਦਾਸ ਸਾਹਿਬ ਤਾਂ ਏਦਾਂ ਨਿਮਰਤਾ ਨਾਲ ਬਚਨ ਕਰਦੇ, ਕਹਿੰਦੇ ਮੈਂ ਸੁਣ ਕੇ ਹੋਰ ਗੁੱਸੇ ਵਿੱਚ ਆਈ ਜਾਵਾਂ। ਮੈਂ ਕਹਿੰਦੇ ਹੋਰ ਅੱਗੋਂ ਕ੍ਰੋਧ ਵਿੱਚ ਆਇਆ। ਭਲੋ ਆਪਨੋ ਇਸ ਮੈਂ ਜਾਨ। ਤੇ ਮੈਂ ਕ੍ਰੋਧ ਵਿੱਚ ਆ ਕੇ ਆਖਿਆ ਕਿ ਜੇ ਤੁਸੀਂ ਆਪਣਾ ਭਲਾ ਜਾਣਦੇ ਹੋ, ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡਾ ਭਲਾ ਹੋਵੇ, ਨਰਨ ਅਚੰਬ ਦਿਖਾਏ ਦੰਬ। ਆ ਤੁਸੀਂ ਲੋਕਾਂ ਨੂੰ ਇੱਥੇ ਪਖੰਡ ਵਿਖਾ ਰਹੇ ਹੋ। ਕਹਿੰਦੇ ਮੈਂ ਇਦਾਂ ਆਖਿਆ ਉਹਨਾਂ ਨੂੰ, ਕਠੋਰ ਬੋਲ ਬੋਲੇ। ਬਾਬਾ ਦਾਤੂ ਜੀ ਦੱਸ ਰਹੇ ਆਪਣੀ ਸਾਰੀ ਗਲਤੀ, ਕਿ ਆਹ ਗਲਤੀ ਹੋਈ ਮੇਰੇ ਕੋਲੋਂ। ਮੈਂ ਬੜੇ ਕਠੋਰ ਬੋਲ ਉਹਨਾਂ ਨੂੰ ਬੋਲੇ। ਮੈਂ ਆਖਿਆ ਵੀ ਤੁਸੀਂ ਇੱਥੇ ਲੋਕਾਂ ਨੂੰ ਆਪਣਾ ਪਖੰਡ ਵਿਖਾ ਰਹੇ ਹੋ। ਮੋਕੋ ਨਹੀਂ ਸੁਹਾਈ ਮਹਾਨ। ਤੁਹਾਡਾ ਇਹ ਪਖੰਡ, ਤੁਹਾਡਾ ਇਹ ਅਡੰਬਰ ਮੈਨੂੰ ਨਹੀਂ ਚੰਗਾ ਲੱਗਦਾ, ਮੈਨੂੰ ਨਹੀਂ ਇਹ ਸ਼ੋਭਨੀਕ ਹੁੰਦਾ। ਇਹ ਸਭ ਤਿਆਗ ਅਪਰ ਥਲ ਗਮਨੋ। ਤੁਸੀਂ ਇਹ ਸਾਰਾ ਕੁਝ ਛੱਡ ਕੇ ਇੱਥੋਂ ਕਿਤੇ ਹੋਰ ਚਲੇ ਜਾਓ। ਇਹ ਜਗ੍ਹਾ ਸਾਡੀ ਹੈ, ਸਾਡੇ ਪਿਤਾ ਜੀ ਨੇ ਵਸਾਈ ਹੈ, ਗੋਇੰਦਵਾਲ ਸਾਹਿਬ ਉਹਨਾਂ ਦੇ ਹੁਕਮ ਨਾਲ ਵਸਿਆ। ਤੁਸੀਂ ਇਹ ਜਗ੍ਹਾ ਛੱਡ ਕੇ ਕਿਤੇ ਹੋਰ ਚਲੇ ਜਾਓ। ਟਿਕੋ ਨਾ ਮੇਰੋ ਭਨਿਓ ਪਛਾਨ। ਮੇਰਾ ਕਿਹਾ ਇਹੀ ਭਲਾ ਹੈ ਕਿ ਤੁਸੀਂ ਇੱਥੇ ਹੁਣ ਟਿਕੋ ਨਾ। ਤੁਸੀਂ ਚਾਹੁੰਦੇ ਹੋ ਵੀ ਤੁਹਾਡਾ ਭਲਾ ਹੋਵੇ ਤੇ ਤੁਸੀਂ ਇਹ ਨਗਰ ਛੱਡ ਕੇ ਚਲੇ ਜਾਓ। ਛਲ ਸੋ ਮਮ ਪਿਤ ਕੀ ਕਰ ਸੇਵਾ। ਤੁਸੀਂ ਬੜਾ ਛਲ ਕੀਤਾ ਸਾਡੇ ਨਾਲ, ਛਲ ਨਾਲ ਸਾਡੇ ਪਿਤਾ ਜੀ ਦੀ ਸੇਵਾ ਕਰਕੇ। ਗੁਰਤਾ ਲੀਨ ਗਰੀਬੀ ਠਾਨ। ਤੇ ਏਦਾਂ ਦੀ ਗਰੀਬੀ ਤੇ ਨਿਮਰਤਾ ਧਾਰਨ ਕਰਕੇ ਸਾਡੇ ਪਿਤਾ ਜੀ ਨੂੰ ਭਰਮਾ ਕੇ ਗੁਰਤਾ ਗੱਦੀ ਲੈ ਲਈ। ਸਾਡੇ ਪਿਤਾ ਜੀ ਭੋਲੀ ਬਿਰਤੀ ਵਾਲੇ ਸਨ, ਉਹਨਾਂ ਦੀ ਤੁਸੀਂ ਸੇਵਾ ਕੀਤੀ, ਏਦਾਂ ਦੀ ਗਰੀਬੀ ਧਾਰਨ ਕਰਕੇ ਉਹਨਾਂ ਕੋਲੋਂ ਗੁਰਤਾ ਗੱਦੀ ਲੈ ਲਈ। ਮੋਹ ਪਿਤਾ ਕੋ ਭੋਰ ਸੁਭਾਉ। ਮੇਰੇ ਪਿਤਾ ਜੀ ਦਾ ਭੋਲਾ ਸੁਭਾਅ ਸੀ, ਉਹਨਾਂ ਨੂੰ ਕੀ ਪਤਾ ਸੀ ਤੁਹਾਡੀਆਂ ਚਲਾਕੀਆਂ ਦਾ। ਤੁਸੀਂ ਏਦਾਂ ਦੀ ਸੇਵਾ ਕੀਤੀ, ਗਰੀਬੀ ਧਾਰਨ ਕਰਕੇ ਗੁਰਤਾ ਗੱਦੀ ਉਹਨਾਂ ਦੇ ਕੋਲੋਂ ਲੈ ਲਈ।
ਛਲ ਚਾਤੁਰਤਾ ਲਖੀ ਨ ਤੋਹੇ। ਮੇਰੇ ਪਿਤਾ ਜੀ ਇੰਨੇ ਭੋਲੇ ਸੀ ਵੀ ਉਹਨਾਂ ਨੇ ਤੁਹਾਡੀ ਛਲ ਚਤਰਾਈ ਦੀ ਬਿਰਤੀ ਨਹੀਂ ਜਾਣੀ। ਅਜ਼ਮਤ ਆਦਿਕ ਠੱਗ ਕਰ ਲਿਆਇਓ। ਔਰ ਠੱਗ ਕਰਕੇ ਉਹਨਾਂ ਕੋਲੋਂ ਅਜਮਤਾਂ ਕਰਾਮਾਤਾਂ ਤੁਸੀਂ ਲੈ ਆਏ ਹੋ। ਰਚਿਓ ਪਖੰਡ ਅਧਿਕ ਤਨ ਹੋ। ਇੱਥੇ ਆ ਕੇ ਤੁਸੀਂ ਪਖੰਡ ਰਚਿਆ ਤੇ ਬਹੁਤਾ ਧਨ ਇਕੱਠਾ ਕਰਦੇ ਹੋ। ਵਸਤ ਹਮਾਰੀ ਤੈਂ ਕਿਮਤਾਰੀ। ਇਹ ਵਸਤੂ ਸਾਡੀ ਆ, ਤੁਸੀਂ ਕਿਵੇਂ ਰੱਖਦੇ ਹੋ ਆਪਣੇ ਕੋਲ? ਇਹ ਹੱਕ ਸਾਡਾ ਗੁਰਤਾ ਗੱਦੀ ਦਾ, ਤੁਸੀਂ ਕਿਵੇਂ ਆਪਣੇ ਕੋਲ ਧਾਰਨ ਕੀਤਾ ਹੋਇਆ ਹੈ? ਜਾਂ ਤੇ ਮੁਝ ਆਵਤ ਮਨ ਰੋਹੋ। ਇਸ ਕਰਕੇ ਮੇਰੇ ਮਨ ਵਿੱਚ ਰੋਹ ਆਉਂਦਾ, ਤੁਹਾਡੇ ਪ੍ਰਤੀ ਕ੍ਰੋਧ ਆਉਂਦਾ ਹੈ। ਭਲੋ ਚਾਹੇ ਤੋ ਰਹੋ ਨਹੀਂ ਅਬ। ਜੇ ਤੁਸੀਂ ਭਲਾ ਚਾਹੁੰਦੇ ਹੋ ਤੇ ਇੱਥੇ ਰਹੋ ਨਾ, ਤੁਸੀਂ ਇਹ ਨਗਰ ਛੱਡ ਕੇ ਚਲੇ ਜਾਓ। ਲੈ ਕਸ਼ਟ ਬਚ ਮਨੇ ਨ ਮੋਏ। ਜੇ ਮੇਰਾ ਬਚਨ ਨਾ ਮੰਨਿਆ ਤੇ ਤੁਸੀਂ ਬੜਾ ਕਸ਼ਟ ਸਹੋਗੇ, ਤੁਹਾਨੂੰ ਫਿਰ ਵੱਡਾ ਕਸ਼ਟ ਸਹਾਰਨਾ ਪਵੇਗਾ। ਸੁਨ ਕਠੋਰ ਬਾਣੀ ਅਸ ਮੇਰੀ। ਕਹਿੰਦੇ ਬਾਬਾ ਦਾਤੂ ਜੀ ਕਹਿੰਦੇ ਜਦੋਂ ਮੇਰੀ ਇੱਕ ਕਠੋਰ ਬਾਣੀ, ਇਹ ਕੜਵੇ ਬੋਲ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਸੁਣੇ। ਸਰਲ ਹਿਰਦਾ ਬੋਲੇ ਹਿਤ ਠਾਨ। ਬੜਾ ਸਰਲ ਹਿਰਦਾ ਸੀ ਸਤਿਗੁਰਾਂ ਦਾ ਤੇ ਬੜੇ ਪ੍ਰੇਮ ਨਾਲ ਬੋਲੇ, ਮੈਨੂੰ ਕਹਿਣ ਲੱਗੇ ਅਬ ਤੇ ਆਗੇ ਕਰੋ ਤਥਾ ਮੈਂ। ਕਹਿਣ ਲੱਗੇ ਬਾਬਾ ਦਾਤੂ ਜੀ ਅੱਜ ਤੋਂ ਬਾਅਦ ਅੱਗੋਂ ਉਹੀ ਕਰਾਂਗਾ ਜਥਾ ਰਜਾਏ ਆਪ ਕੀ ਜਾਨ। ਜਿਵੇਂ ਤੁਸੀਂ ਆਗਿਆ ਕਰੋਗੇ, ਜਿਵੇਂ ਤੁਹਾਡਾ ਹੁਕਮ ਹੋਵੇਗਾ ਉਸੇ ਤਰ੍ਹਾਂ ਹੀ ਅੱਗੇ ਤੋਂ ਮੰਨਾਂਗੇ। ਦਾਸ ਤੁਮਾਰੋ ਕ੍ਰੋਧ ਨਿਵਾਰੋ। ਅਸੀਂ ਤੁਹਾਡੇ ਸੇਵਕ ਹਾਂ, ਤੁਹਾਡੇ ਘਰ ਦੇ, ਗੁਰੂ ਅੰਗਦ ਸਾਹਿਬ ਦੇ ਘਰ ਦੇ। ਤੁਸੀਂ ਏਦਾਂ ਗੁੱਸਾ ਨਾ ਕਰੋ, ਤੁਸੀਂ ਆਪਣਾ ਕ੍ਰੋਧ ਆਪਣੇ ਹਿਰਦੇ ਚੋਂ ਨਿਵਾਰ ਦਿਓ। ਮੁਝ ਪਰ ਹੋ ਪ੍ਰਸੰਨ ਮਹਾਨ। ਆਪ ਜੀ ਮੇਰੇ ਤੇ ਪ੍ਰਸੰਨ ਹੋਵੋ, ਮੇਰੇ ਤੇ ਰੀਝੋ ਪ੍ਰਸੰਨਤਾ ਕਰੋ। ਇਮ ਕਹਿ ਨਮੋ ਕਰੀ ਕਰ ਜੋਰੇ। ਇਹ ਤਾਂ ਕਹਿ ਕੇ ਬਾਬਾ ਦਾਤੂ ਜੀ ਨੂੰ ਗੁਰੂ ਅਮਰਦਾਸ ਸਾਹਿਬ ਨੇ ਹੱਥ ਜੋੜ ਕੇ ਪ੍ਰਣਾਮ ਕੀਤੀ। ਕਵੀ ਸੰਤੋਖ ਸਿੰਘ ਕਰਤ ਬਖਾਨ। ਮਾ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਇਹ ਸਾਰੀ ਕਥਾ ਸ੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਵਰਣਨ ਕਰਦੇ ਹਨ। ਦੋਹਰਾ ਨਿਸਾ ਪਰੀ ਆਸਨ ਆਪਨ ਗੁਰੂ ਬਿਰਾਜੇ ਜਾਏ। ਕਹਿੰਦੇ ਜਦੋਂ ਰਾਤ ਪੈ ਗਈ ਮਹਾਰਾਜ ਗੁਰੂ ਅਮਰਦਾਸ ਸਾਹਿਬ ਆਪਣੇ ਸੁਖਾਸਣਾ ਤੇ ਆਣ ਬਿਰਾਜੇ। ਜਿੱਥੇ ਮਹਾਰਾਜ ਜੀ ਨਿਤਾ ਪ੍ਰਤੀ ਬਿਰਾਜਦੇ ਸਨ, ਆਪਣੇ ਸੁਖਾਸਣਾ ਤੇ ਚੁਬਾਰਾ ਸਾਹਿਬ ਆਣ ਬਿਰਾਜੇ। ਬਿਸਮਤ ਗਮਨੇ ਅਪਰ ਨਰ ਸ਼੍ਰੀ ਗੁਰ ਧਨ ਸੁਹਾਏ। ਜਿੰਨੀ ਸੰਗਤ ਸੀ ਬੜੀ ਹੈਰਾਨ ਹੈ। ਕਈ ਸਿੱਖ ਤਾਂ ਕਚੀਚੀਆਂ ਵੱਟਦੇ ਸੀ, ਉਹ ਵੇਖਦੇ ਸੀ ਵੀ ਸਾਡਾ ਦਾ ਲੱਗੇ ਬਾਬੇ ਦਾਤੂ ਨੂੰ ਫੜੀਏ। ਪਰ ਜਦੋਂ ਗੁਰੂ ਅਮਰਦਾਸ ਸਾਹਿਬ ਨੇ ਚਰਨ ਫੜ ਲਏ ਉਹਨਾਂ ਦੇ, ਹੁਣ ਸਿੱਖ ਕਿਵੇਂ ਹਿੰਮਤ ਕਰਦੇ, ਮਹਾਰਾਜ ਜੀ ਤੋਂ ਬਾਹਰੇ ਕਿਵੇਂ ਚੱਲਦੇ। ਸਿੱਖ ਹੈਰਾਨ ਵੀ ਬੜੇ ਨੇ, ਅਸਚਰਜ ਵੀ ਬੜੇ ਨੇ, ਸਮਝ ਨਹੀਂ ਆਉਂਦੀ ਵੀ ਇਹ ਕੀ ਖੇਡ ਵਰਤੀ ਹੈ। ਨਿਸ਼ਾਨੀ ਚੰਦ ਅਰਧ ਨਿਸਾ ਮੈਂ ਸ਼੍ਰੀ ਗੁਰੂ ਕਰ ਤਿਆਗ ਚਲੇ। ਕਹਿੰਦੇ ਜਦੋਂ ਅੱਧੀ ਕੁ ਰਾਤ ਦਾ ਸਮਾਂ ਹੋਇਆ, ਸਾਰੀ ਸੰਗਤ ਸਾਰੇ ਸਿੱਖ ਸੌਂ ਗਏ ਤੇ ਅੱਧੀ ਕੁ ਰਾਤ ਨੂੰ ਮੇਰੇ ਸਤਿਗੁਰੂ ਜੀ ਗੁਰੂ ਅਮਰਦਾਸ ਸਾਹਿਬ ਆਪਣੇ ਸੁਖਾਸਣਾ ਤੋਂ ਉੱਠੇ, ਪੈਰਾਂ 'ਚ ਜੋੜਾ ਵੀ ਨਹੀਂ ਪਾਇਆ, ਨੰਗੇ ਪੈਰੀਂ ਮਹਾਰਾਜ ਜੀ ਇਕੱਲੇ ਹੀ ਸਵਾ ਲੱਖੀ ਗਰੀਬ ਨਵਾਜ ਪਾਤਸ਼ਾਹ ਜੀ ਆਪਣੇ ਮਹਿਲਾਂ 'ਚੋਂ ਨਿਕਲੇ ਨੇ, ਚਲੇ ਗਏ। ਗ੍ਰਹਿਣ ਕਰੀ ਨੈ ਵਸਤ ਕੁਛ ਨੈ ਕਿਸੂ ਮਿਲੇ। ਕਹਿੰਦੇ ਕੋਈ ਵਸਤੂ ਮਹਾਰਾਜ ਜੀ ਨੇ ਗ੍ਰਹਿਣ ਨਹੀਂ ਕੀਤੀ, ਕੋਈ ਕੱਪੜਾ ਤੱਕ ਨਹੀਂ ਚੁੱਕਿਆ, ਬਿਲਕੁਲ ਖਾਲੀ ਹੱਥ। ਕੋਈ ਮਾਇਆ ਕਿਸੇ ਪ੍ਰਕਾਰ ਦੀ ਕੋਈ ਵਸਤੂ ਉਹ ਘਰੋਂ ਨਹੀਂ ਲਈ ਮਹਾਰਾਜ ਜੀ ਨੇ। ਏਦਾਂ ਬਿਲਕੁਲ ਹੀ ਸਭ ਕੁਝ ਛੱਡ ਕੇ ਤਿਆਗ ਕੇ ਮਹਾਰਾਜ ਜੀ ਚੱਲ ਪਏ। ਪਨਈ ਬਿਨ ਪਗ ਕਮਲ ਤੇ ਮਾਰਗ ਪ੍ਰਸਥਾਨੇ। ਚਰਨਾਂ 'ਚ ਜੋੜਾ ਨਹੀਂ ਪਾਇਆ ਸਤਿਗੁਰਾਂ ਨੇ, ਤੇ ਚਰਨਾਂ 'ਚ ਜੋੜੇ ਤੋਂ ਬਿਨਾਂ ਹੀ ਮਹਾਰਾਜ ਜੀ ਜ਼ਮੀਨ ਤੇ ਚਰਨ ਧਰਦੇ ਐ, ਤੇ ਜ਼ਮੀਨ ਵੀ ਪੁਲਕ ਜਾਂਦੀ ਹੈ ਜਿੱਥੇ ਸਾਹਿਬ ਜੀ ਆਪਣਾ ਚਰਨ ਧਰਦੇ ਐ। ਚਰਨਾਂ ਵਿੱਚ ਮਹਾਰਾਜ ਜੀ ਦੇ ਪਦਮ ਸੀ। ਗੁਰੂ ਖਾਲਸਾ ਜੀ ਕਹਿੰਦੇ ਮਹਾਰਾਜ ਗਰੀਬ ਨਵਾਜ ਏਦਾਂ ਚਰਨਾਂ 'ਚ ਜੋੜਾ ਨਹੀਂ ਪਾਇਆ, ਤੇ ਕੋਮਲ ਜੇ ਚਰਨ ਨੇ ਮਹਾਰਾਜ ਜੀ ਦੇ, ਤੇ ਪੈਰਾਂ ਨਾਲ ਚੱਲਦੇ ਜਾ ਰਹੇ ਨੇ। ਹਿਰਦੈ ਵਿਚਾਰਤ ਕਿਤ ਚਲੇ ਬੈਠੇ ਕਿਸ ਥਾਨੇ। ਮਨ 'ਚ ਸੋਚਦੇ ਆ ਵੀ ਜਾਈਏ ਕਿੱਥੇ,
ਗਰੀਬ ਨਵਾਜ ਸੋਚਦੇ ਆ ਵੀ ਜਾਈਏ ਕਿੱਥੇ ਤੇ ਕਿੱਥੇ ਜਾ ਕੇ ਟਿਕਾਣਾ ਕਰੀਏ, ਕਿੱਥੇ ਚੱਲ ਕੇ ਬੈਠੀਏ। ਮਾਨਵ ਮਿਲੀ ਨਾ ਆਨ ਜੇ ਨੈ ਛੁਟੈ ਧਿਆਨਾ। ਇਹੋ ਜੀ ਜਗ੍ਹਾ ਤੇ ਜਾ ਕੇ ਬੈਠੀਏ ਵੀ ਜਿੱਥੇ ਕੋਈ ਬੰਦਾ ਆ ਕੇ ਸਾਨੂੰ ਨਾ ਮਿਲੇ ਤੇ ਅਸੀਂ ਆਪਣੇ ਧਿਆਨ 'ਚ ਬੈਠ ਜਾਈਏ ਤੇ ਸਾਡਾ ਧਿਆਨ ਨਾ ਛੁੱਟੇ। ਮਹਾਰਾਜ ਜੀ ਵਿਚਾਰਦੇ ਆ ਵੀ ਇਹੋ ਜੀ ਜਗ੍ਹਾ ਹੋਵੇ ਜਿੱਥੇ ਇਕਾਂਤ ਵਿੱਚ ਜਾ ਕੇ ਬੈਠ ਜਾਈਏ, ਕੋਈ ਬੰਦਾ ਨਾ ਮਿਲੇ ਸਾਨੂੰ ਆ ਕੇ, ਔਰ ਸਾਡਾ ਧਿਆਨ ਜਿਹੜੀ ਸਾਡੀ ਸਮਾਧੀ ਆ ਉਹ ਨਾ ਟੁੱਟੇ। ਨੈ ਬੋਲੇ ਨੈ ਕਲੇ ਕਰ ਕੁਛ ਬਿਗਨ ਨ ਠਾਨਾ। ਵੀ ਨਾ ਕਿਸੇ ਨੂੰ ਮਿਲੀਏ, ਨਾ ਕਿਸੇ ਨਾਲ ਗੱਲਬਾਤ ਕਰੀਏ, ਕਿਉਂਕਿ ਜੇ ਹੁਣ ਇੱਥੇ ਬੈਠਾਂਗੇ ਇੱਥੇ ਗੱਲਾਂ ਬਾਤਾਂ ਹੋਣਗੀਆਂ, ਲੜਾਈਆਂ ਹੋਣਗੀਆਂ, ਝਗੜਾ ਹੋਵੇਗਾ, ਕਲਹ ਹੋਵੇਗੀ। ਵੀ ਇਹੋ ਜਿਹੀ ਥਾਂ ਹੋਵੇ ਵੀ ਜਿੱਥੇ ਕਿਸੇ ਨਾਲ ਬੋਲਿਆ ਨਾ ਜਾਵੇ, ਨਾ ਸੁਣਿਆ ਜਾਵੇ, ਔਰ ਇਕੱਲੇ ਬੈਠੇ ਹੋਈਏ ਤਾਂ ਜੋ ਇਹ ਸਾਰਾ ਵਿਘਨ ਦੂਰ ਹੋ ਜਾਵੇ। ਏਕਾਕੀ ਬੈਠੇ ਕਉ ਪ੍ਰਭ ਕੋ ਸਿਮਰੈ ਹੈ। ਕੋਈ ਇਕਾਂਤ ਵਾਲੀ ਜਗ੍ਹਾ ਹੋਵੇ ਜਿੱਥੇ ਬੈਠ ਕੇ ਪ੍ਰਭੂ ਦੇ ਗੁਣ ਗਾਈਏ, ਅਕਾਲ ਪੁਰਖ ਦੇ ਵਾਹਿਗੁਰੂ ਦੇ ਭਜਨ ਦੇ ਵਿੱਚ ਆਪਣੀ ਸੁਰਤ ਜੋੜੀਏ। ਵਹਿਰ ਉਪਾਦ ਅਨੇਕ ਵੈ ਇਕ ਰਸ ਬਿਸਰੈ ਹੈ। ਇਹ ਬਾਹਰ ਤਾਂ ਉਪਾਧੀਆਂ ਹੀ ਨੇ, ਇੱਥੇ ਤਾਂ ਉਪਦਰਾ ਵੀ ਨੇ ਅਨੇਕ ਪ੍ਰਕਾਰ ਦੇ। ਤੋ ਪ੍ਰਮਾਤਮਾ ਦੀ ਇੱਕ ਰਸ ਖੇਡ ਜਿਹੜੀ ਆ ਉਹ ਵਿਸਰ ਜਾਂਦੀ ਆ ਜਦੋਂ ਸੰਸਾਰ ਦੀਆਂ ਉਪਾਧੀਆਂ 'ਚ ਧੰਦਿਆਂ 'ਚ ਲੱਗ ਜਾਈਏ ਨਾ। ਤੋ ਅਕਾਲ ਪੁਰਖ ਦੀ ਜਿਹੜੀ ਇੱਕ ਰਸ ਗਿਰਬਿਰਤੀ ਜੁੜਦੀ ਪਰਮੇਸ਼ਰ ਦੇ ਚਰਨਾਂ ਨਾਲ, ਉਹ ਫਿਰ ਵਾਹਿਗੁਰੂ ਵਿਸਰ ਜਾਂਦਾ। ਏਵ ਵਿਚਾਰਤ ਚਲਤ ਮਗ ਬਾਸਰ ਕੇ ਗ੍ਰਾਮੋ। ਸਤਿਗੁਰੂ ਜੀ ਏਦਾਂ ਵਿਚਾਰਦੇ ਆ ਆਪਣੇ ਜਨਮ ਨਗਰ ਮਹਾਰਾਜ ਜੀ ਦਾ ਪ੍ਰਕਾਸ਼ ਸਥਾਨ ਬਾਸਰ ਕੇ ਹੈ। ਤੋ ਸਤਿਗੁਰੂ ਜੀ ਬਾਸਰ ਕੇ ਪਿੰਡ ਵਾਲੇ ਪਾਸੇ ਨੂੰ ਚੱਲ ਪਏ। ਆਏ ਪਹੁੰਚੇ ਛਿਨਕ ਮੈਂ ਦੇਖਿਓ ਇੱਕ ਧਾਮੂ। ਬਾਦਸ਼ਾਹ ਛਿਨ 'ਚ ਕੁਝ ਸਮੇਂ 'ਚ ਉੱਥੇ ਆ ਪਹੁੰਚੇ ਤੇ ਮਹਾਰਾਜ ਜੀ ਨੇ ਇੱਕ ਕੋਠਾ ਵੇਖਿਆ। ਕੋਠਾ ਉਤੋ ਗੋਪਾਲ ਕੋ ਤੈ ਕੇਤਕ ਦੂਰੀ। ਮਹਾਰਾਜ ਜੀ ਨੇ ਨਗਰ ਤੋਂ ਬਾਹਰ ਹੀ ਨਾ ਥੋੜਾ ਜਿਹਾ ਇੱਕ ਕੋਠਾ ਬਣਿਆ ਵੇਖਿਆ, ਗਵਾਲੇ ਦਾ ਕੋਠਾ ਸੀ, ਗਊਆਂ ਚਾਰਦਾ ਸੀ ਤੇ ਉਹਦਾ ਕੋਠਾ ਸੀ, ਪਿਆ ਸੀ ਖਾਲੀ। ਤੋ ਮਹਾਰਾਜ ਜੀ ਦੀ ਨਿਗਾਹ ਉਸ ਕੋਠੇ ਤੇ ਪਈ, ਉਹਨੂੰ ਭਾਗ ਲੱਗਣੇ ਸੀ, ਉੱਥੇ ਗੁਰਦੁਆਰਾ ਸੰਨ ਸਾਹਿਬ ਬਣਨਾ ਸੀ। ਮਹਾਰਾਜ ਜੀ ਨੇ ਬਖਸ਼ਿਸ਼ਾਂ ਕਰਨੀਆਂ ਸੀ ਉੱਥੇ ਵੀ ਜਿਹੜਾ ਇੱਕ ਸੰਨ ਚੋਂ ਇਹਦੇ 'ਚ ਪ੍ਰਵੇਸ਼ ਕਰੇਗਾ ਉਹਨਾਂ ਨੂੰ 84 ਦੇ ਗੇੜਿਆਂ 'ਚ ਨਹੀਂ ਲੰਘਣਾ ਪਵੇਗਾ। ਤੋ ਉਹ ਭਾਗ ਲੱਗਣੇ ਸੀ ਉਸ ਜਗ੍ਹਾ ਨੂੰ। ਉਹ ਕੋਠਾ ਮਹਾਰਾਜ ਜੀ ਨੇ ਵੇਖਿਆ। ਤਿਸ ਕੋ ਦਰ ਮੂੰਦਨ ਕਰਿਓ ਲਿਖ ਕੇ ਬਿਦਰੂਰੀ। ਮਹਾਰਾਜ ਜੀ ਉਹ ਕੋਠੇ ਦੇ ਕੋਲ ਗਏ ਤੇ ਪਹਿਲਾਂ ਦਰਵਾਜ਼ੇ ਦੇ ਉੱਪਰਲੇ ਪਾਸੇ ਗੁਰਦੇਵ ਨੇ ਬਚਨ ਲਿਖੇ ਆਪਣੇ ਹੱਥਾਂ ਨਾਲ। ਕੀ ਲਿਖਿਆ ਉਹ ਵੀ ਦੱਸਦੇ ਨੇ। ਜੋ ਦਰ ਖੋਲੇ ਆਨ ਕੇ ਤਿਸ ਦੋਸ਼ ਲਗੇ ਐ। ਉੱਤੇ ਬਚਨ ਲਿਖਿਆ ਵੀ ਜਿਹੜਾ ਇਹ ਦਰਵਾਜ਼ਾ ਖੋਲੇਗਾ ਆ ਕੇ ਉਹਨੂੰ ਵੱਡਾ ਦੋਸ਼ ਲੱਗੇਗਾ, ਉਹ ਗੁਰੂ ਘਰ ਦਾ ਦੋਸ਼ੀ ਹੋਵੇਗਾ। ਨਹੀਂ ਸਿੱਖ ਤਿਸ ਕੇ ਨਾ ਗੁਰ ਨੈ ਸ਼੍ਰੇ ਪਗੇ ਐ। ਜਿਹੜਾ ਇਹ ਦਰਵਾਜ਼ਾ ਖੋਲੇਗਾ ਉਹ ਸਾਡਾ ਸਿੱਖ ਨਹੀਂ, ਅਸੀਂ ਉਹਦੇ ਗੁਰੂ ਨਹੀਂ, ਉਹਦੀ ਕਲਿਆਣ ਨਹੀਂ ਕਰਨੀ, ਅਸੀਂ ਉਹਦੀ ਸ਼੍ਰੇ ਨਹੀਂ ਕਰਨੀ। ਬੜੇ ਕਰੜੇ ਬੋਲ ਮਹਾਰਾਜ ਜੀ ਨੇ ਉੱਤੇ ਲਿਖ ਦਿੱਤੇ। ਬਿਗਰੈ ਲੋਕ ਪਰਲੋਕ ਤਿਸ ਹਮ ਹੋਇ ਨ ਸਹਾਏ। ਜਿਹੜਾ ਇਹ ਦਰਵਾਜ਼ਾ ਖੋਲੇਗਾ ਉਹਦਾ ਲੋਕ ਪਰਲੋਕ ਦੋਵੇਂ ਜਹਾਨ ਵਿਗੜ ਜਾਣਗੇ, ਅਸੀਂ ਉਹਦੀ ਸਹਾਇਤਾ ਨਹੀਂ ਕਰਾਂਗੇ, ਨਾ ਇਸ ਲੋਕ ਵਿੱਚ ਤੇ ਨਾ ਹੀ ਪਰਲੋਕ ਵਿੱਚ। ਇਮ ਲਿਖ ਕੇ ਦਰ ਉਪਰੇ ਅੰਤਰ ਪ੍ਰਵਿਸ਼ਾਏ। ਇਦਾਂ ਦਰਵਾਜ਼ੇ ਦੇ ਉੱਪਰ ਲਿਖ ਕੇ ਤੇ ਮਹਾਰਾਜ ਜੀ ਉਸ ਦਰਵਾਜ਼ੇ ਦੇ ਅੰਦਰ ਪ੍ਰਵੇਸ਼ ਕਰ ਗਏ। ਤਿਸ ਕੋਠੇ ਮੈਂ ਛਪ ਗਏ ਪਦਮਾਸਨ ਕੀਨਾ। ਗੁਰਦੇਵ ਨੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ। ਉਸ ਕੋਠੇ 'ਚ ਮਹਾਰਾਜ ਜੀ ਗੁਪਤ ਹੋ ਗਏ ਔਰ ਗੁਰਦੇਵ ਨੇ ਪਦਮ ਆਸਣ ਲਾ ਲਿਆ। ਖਾਲਸਾ ਜੀ 84 ਲੱਖ ਜੂਨੀਆਂ ਦੇ 84 ਲੱਖ ਹੀ ਆਸਣ ਨੇ। 84 ਲੱਖ ਜੂਨੀਆਂ, ਸਾਰੇ ਜਾਨਵਰ ਪਸ਼ੂ ਪੰਛੀ ਸਾਰਿਆਂ ਦੀ ਬੈਠਕ ਵੱਖੋ ਵੱਖਰੀ ਹੈ ਨਾ। ਬੰਦੇ ਦੀ ਬੈਠਕ, ਕਾਂ ਦੀ ਬੈਠਕ, ਪੰਛੀਆਂ ਦੀ, ਜਾਨਵਰਾਂ ਦੀ, ਪਸ਼ੂਆਂ ਦੀ, ਸੱਪ ਦੀ, ਜਿੰਨੀਆਂ 84 ਲੱਖ ਜੂਨੀਆਂ ਦੀ ਬੈਠਕ ਹੈ ਉਨੇ ਹੀ ਆਸਣ ਨੇ। 84 ਲੱਖ ਆਸਣਾਂ ਚੋਂ ਫਿਰ 84 ਮੁਖ ਨੇ, ਕੱਲੇ 84। 84 ਵਿੱਚੋਂ ਫਿਰ 32 ਮੁਖ ਰਹਿ ਜਾਂਦੇ ਆ। 32 ਚੋਂ ਫੇਰ ਹੋਰ ਘਟਾ ਕੇ 16, 16 ਵਿੱਚੋਂ 8, 8 ਵਿੱਚੋਂ 4,
ਤੇ ਚਾਰਾਂ ਵਿੱਚੋਂ ਦੋ ਤੇ ਅਖੀਰ ਨੂੰ ਇੱਕੋ ਰਹਿ ਜਾਂਦਾ, ਉਹਨੂੰ ਕਹਿੰਦੇ ਆ ਪਦਮ ਆਸਣ। ਪਦਮ ਆਸਣ ਕਿਹੜਾ ਹੁੰਦਾ? ਸੱਜਾ ਪੈਰ ਆਪਣੇ ਖੱਬੇ ਪੱਟ ਤੇ ਰੱਖ ਲੈਣਾ ਤੇ ਖੱਬਾ ਪੈਰ ਸੱਜੇ ਪੱਟ ਦੇ ਉੱਤੇ ਰੱਖ ਲੈਣਾ। ਏਦਾਂ ਰੀੜ੍ਹ ਦੀ ਹੱਡੀ ਸਿੱਧੀ ਹੋ ਜਾਂਦੀ, ਇਹਨੂੰ ਪਦਮ ਆਸਣ ਕਹਿੰਦੇ ਆ। ਤੋ ਇੱਕ ਸਹਿਜ ਪਦਮ ਆਸਣ ਵੀ ਆ, ਜਿਹੜਾ ਹੁਣ ਤੁਸੀਂ ਚੌਂਕੜਾ ਲਾ ਕੇ ਬੈਠੇ ਹੋ, ਇਹਨੂੰ ਸਹਿਜ ਪਦਮ ਆਸਣ ਕਹਿੰਦੇ ਆ। ਤੋ ਮਹਾਰਾਜ ਜੀ ਪਦਮ ਆਸਣ ਤੇ ਬੈਠ ਗਏ ਗੁਰੂ ਅਮਰਦਾਸ ਸਾਹਿਬ ਜੀ। ਲਗੀ ਸਮਾਦ ਅਗਾਧਈ ਏਕੇ ਰਸ ਪੀਨਾ। ਗੁਰਦੇਵ ਜੀ ਆਪਣੀ ਅਗਾਧ ਸਮਾਧੀ 'ਚ ਸਥਿਤ ਹੋ ਗਏ, ਨੇਤਰ ਮੁੰਦ ਲਏ ਆਪਣੇ ਨਿਜ ਧਿਆਨ ਵਿੱਚ। ਜਿੱਥੇ ਮੇਰੇ ਸਾਹਿਬ ਜੀ ਨਿਰਾਕਾਰ ਸਰੂਪ ਵਿੱਚ ਆਪ ਵਰਤਦੇ ਨੇ, ਉਸੇ ਸਰੂਪ ਵਿੱਚ ਮਹਾਰਾਜ ਜੀ ਦੀ ਸਮਾਧੀ ਝੱਟ 'ਚ ਇੱਕ ਅੱਖ ਦੇ ਫੋਰ ਵਿੱਚ ਹੀ ਜਾ ਲੱਗੀ। ਗੋਇੰਦਵਾਲ ਪ੍ਰਭਾਤ ਪੀ ਤੈਂ ਗੁਰ ਨਾ ਪਾਇਓ। ਇੱਧਰ ਜਦੋਂ ਗੋਇੰਦਵਾਲ ਸਾਹਿਬ ਸਵੇਰੇ ਦਿਨ ਚੜ੍ਹਿਆ, ਭਾਈ ਬੱਲੂ ਜੀ ਨੇ ਜਾ ਕੇ ਵੇਖਿਆ ਮਹਾਰਾਜ ਜੀ ਆਸਣ ਤੇ ਹੈ ਹੀ ਨਹੀਂ। ਅੱਜ ਅੰਮ੍ਰਿਤ ਵੇਲੇ ਗੁਰਦੇਵ ਇਸ਼ਨਾਨ ਕਰਦੇ ਆ ਰੋਜ਼, ਭਾਈ ਬੱਲੂ ਜੀ ਇਸ਼ਨਾਨ ਕਰਾਉਂਦੇ ਸੀ। ਸੰਗਤ ਨੇ ਵੇਖਿਆ, ਦਿਨ ਚੜ੍ਹ ਗਿਆ, ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨਹੀਂ ਕਿਤੇ ਦਿਸਦੇ। ਖੋਜਤ ਸਿੱਖ ਅਨੇਕਈ ਕਿਤੋਂ ਨਾ ਦਰਸਾਇਓ। ਕਹਿੰਦੇ ਸਿੱਖ ਲੱਭਣ ਲੱਗੇ, ਭਾੜਨ ਲੱਗੇ, ਸੱਜੇ ਖੱਬੇ ਵੇਖਦੇ, ਕਦੇ ਦਰਿਆ ਕੰਢੇ ਜਾ ਕੇ ਵੇਖਦੇ, ਕਦੇ ਬੌਲੀ ਸਾਹਿਬ ਵੱਲ ਜਾ ਕੇ ਵੇਖਦੇ, ਪਰ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਕਿਤੇ ਨਜ਼ਰ ਨਹੀਂ ਆਉਂਦੇ। ਸ਼੍ਰੀ ਅਰਜਨ ਗੁਰ ਸ਼੍ਰੋਣ ਸੁਨ ਮੈਂ ਭਇਓ ਆਨੰਦੇ। ਬਾਬਾ ਮੋਰੀ ਜੀ ਕਹਿੰਦੇ, ਹੇ ਗੁਰੂ ਅਰਜਨ ਦੇਵ ਸਾਹਿਬ, ਜਦੋਂ ਮੈਨੂੰ ਪਤਾ ਲੱਗਾ ਵੀ ਗੁਰੂ ਅਮਰਦਾਸ ਸਾਹਿਬ ਟੁਰ ਗਏ ਨੇ ਰਾਤ ਕਿਤੇ, ਕਹਿੰਦੇ ਮੈਂ ਬੜਾ ਖੁਸ਼ ਹੋਇਆ ਵੀ ਇਹ ਤਾਂ ਬੜਾ ਚੰਗਾ ਹੋਇਆ, ਇਹ ਤਾਂ ਬੜੀ ਵਧੀਆ ਗੱਲ ਹੋਈ, ਹੁਣ ਮੈਂ ਹੀ ਮਾਲਕ ਹਾਂ ਇੱਥੋਂ ਦਾ। ਕਹਿੰਦੇ ਮੈਨੂੰ ਬੜੀ ਖੁਸ਼ੀ ਹੋਈ ਇਹ ਗੱਲ ਸੁਣ ਕੇ। ਸਭ ਵਸਤੂ ਤਨ ਆਦ ਜੇ ਕਰ ਆਪਨ ਬਿਲੰਦੇ। ਬਾਬਾ ਦਾਤੂ ਜੀ ਕਹਿੰਦੇ ਮੈਨੂੰ ਇੰਨੀ ਖੁਸ਼ੀ ਹੋਈ ਕਿ ਮੈਂ ਇਹ ਸਮਝਿਆ ਵੀ ਹੁਣ ਇਹ ਜਿੰਨੀਆਂ ਵਸਤੂਆਂ ਨੇ, ਘਰ-ਬਾਰ ਹੈ, ਇਹ ਸਾਰਾ ਮੇਰਾ ਹੀ ਹੈ, ਹੁਣ ਮੈਂ ਹੀ ਇਹਦਾ ਮਾਲਕ ਹਾਂ। ਵਸਤਰ ਵਿਭੂਖਨ ਪਹਿਰ ਕੇ ਕਰ ਉਰ ਹੰਕਾਰਾ। ਕਹਿੰਦੇ ਮੈਂ ਫਿਰ ਵਧੀਆ ਜੀ ਪੁਸ਼ਾਕ ਮੰਗਾਈ, ਉਹ ਦਿਨ ਵਧੀਆ ਪੁਸ਼ਾਕ, ਸੋਹਣੀ ਦਸਾਰ, ਸੋਹਣੇ ਹਾਰ ਸ਼ਿੰਗਾਰ ਸਰੀਰ ਤੇ ਧਾਰਨ ਕੀਤੇ। ਗਾਦੀ ਪਰ ਬੈਠਤ ਪਿਓ ਤਨ ਲੋਭ ਸੁਤਾਰਾ। ਤੇ ਜਿਹੜੀ ਗੁਰੂ ਪਾਤਸ਼ਾਹ ਦੀ ਗੱਦੀ ਸੀ, ਮੈਂ ਉਹਦੇ ਤੇ ਜਾ ਕੇ ਬੈਠ ਗਿਆ ਵੀ ਮੈਂ ਗੁਰੂ ਹਾਂ। ਮੇਰੇ ਮਨ 'ਚ ਪੈਸਿਆਂ ਦਾ ਲਾਲਚ ਸੀ, ਧਨ ਦਾ ਲਾਲਚ ਵੀ, ਸੰਗਤ ਵੱਲੋਂ ਚੜਾਵਾ ਆਵੇਗਾ, ਮੇਰਾ ਖਜ਼ਾਨਾ ਭਰੇਗਾ। ਧਨ ਦਾ ਲੋਭੀ ਬਣ ਕੇ ਗੱਦੀ ਦੇ ਉੱਤੇ ਮੈਂ ਜਾ ਬੈਠਾ। ਕਰਤ ਰਿਓ ਪ੍ਰਤੀਖ ਨਾ ਕੋਈ ਆਏ ਨਾ ਪਾਸਾ। ਤੇ ਮੈਂ ਗੱਦੀ ਲਾ ਕੇ ਜਦੋਂ ਬੈਠ ਗਿਆ ਤੇ ਉਡੀਕਦਾ ਰਿਹਾ ਵੀ ਹੁਣ ਸੰਗਤ ਆਵੇਗੀ ਮੇਰੇ ਕੋਲ ਦਰਸ਼ਨ ਕਰਨ, ਪਰ ਮਹਾਰਾਜ ਜੀ ਕੋਈ ਨਹੀਂ ਆਇਆ, ਮੇਰੇ ਕੋਲ ਕੋਈ ਨਹੀਂ ਆਇਆ। ਕਿਸੇ ਨੇ ਆ ਕੇ ਰਾਮ ਸੱਤ ਵੀ ਨਹੀਂ ਕਿਹਾ, ਕੋਲੋਂ ਵੀ ਨਹੀਂ ਗੁਜ਼ਰਿਆ। ਨਹੀਂ ਉਪਾਇਨ ਕਿਦਈ ਨੈ ਪੂਜੀ ਆਸਾ। ਨਾ ਕਿਸੇ ਨੇ ਆ ਕੇ ਮੈਨੂੰ ਭੇਟ ਕੀਤੀ ਜਿਹਦੇ ਕਰਕੇ ਮੈਂ ਬੈਠਾ ਸੀ, ਮੇਰੀ ਆਸ ਪੂਰੀ ਨਹੀਂ ਹੋਈ। ਭੂਲੇ ਓਚਕ ਆਏ ਜੋ ਅਵਲੋਕ ਪਧਾਰੇ। ਤੇ ਜੇ ਕੋਈ ਭੁੱਲਿਆ ਚੁੱਕਿਆ ਆ ਵੀ ਗਿਆ, ਉਹਨਾਂ ਸੋਚਿਆ ਵੀ ਸ਼ਾਇਦ ਗੁਰੂ ਸਾਹਿਬ ਦਾ ਦਰਬਾਰ ਲੱਗਾ, ਜਦੋਂ ਆਏ ਨਾ ਅੰਦਰ ਮੈਨੂੰ ਬੈਠਿਆਂ ਵੇਖਿਆ ਤੇ ਬਿਨਾਂ ਮਿਲਿਆ ਹੀ ਵਾਪਸ ਮੁੜ ਗਏ ਵੀ ਇੱਥੇ ਤਾਂ ਦਾਤੂ ਬੈਠਾ। ਇਹ ਵੇਖ ਕੇ ਹੀ ਚਲੇ ਗਏ ਜਿਹੜਾ ਕੋਈ ਭੁੱਲਿਆ ਭਟਕਿਆ ਆਇਆ। ਰੁਖ ਮਿਲ ਬੇਕੋ ਨੈ ਕਰੇ ਨੈ ਗੁਰੂ ਨਿਹਾਰੇ। ਕਹਿੰਦੇ ਕੋਈ ਨਹੀਂ ਮੈਨੂੰ ਆ ਕੇ ਮਿਲਿਆ, ਨਾ ਹੀ ਮੈਨੂੰ ਕੋਈ ਗੁਰੂ ਰੂਪ ਕਰਕੇ ਕਿਸੇ ਨੇ ਵੇਖਿਆ। ਗੁਣ ਬਹੀਨ ਪੂਜਾ ਕਹਾ ਵਿਦਿਆ ਬਿਨ ਮਾਨਾ। ਆ ਬਚਨ ਹੁਣ ਸਾਰੇ ਬੜੇ ਕਮਾਲ ਦੇ ਨੇ, ਇੱਕ ਇੱਕ ਬਚਨ ਬੜੇ ਕੀਮਤੀ ਬਚਨ ਨੇ। ਕਹਿੰਦੇ ਮਹਾਰਾਜ ਗੁਣਾ ਤੋਂ ਵਿਹੂਣਾ ਕਦੇ ਪੂਜਾ ਨਹੀਂ ਹੁੰਦੀ। ਗੁਣ ਵਿਹੂਣ ਪੂਜਾ ਕਹਾਂ ਵਿਦਿਆ ਬਿਨ ਮਾਨਾ। ਗੁਣਾ ਬਿਨਾ ਪੂਜਾ ਨਹੀਂ ਹੁੰਦੀ, ਵਿਦਿਆ ਬਿਨਾ ਸਨਮਾਨ ਨਹੀਂ ਹੁੰਦਾ। ਜਿਹਦੇ ਕੋਲ ਵਿਦਿਆ ਹੋਵੇ ਉਹਦਾ ਸਨਮਾਨ ਹੁੰਦਾ, ਜਿਹਦੇ ਕੋਲ ਗੁਣ ਹੋਣ ਉਹਦੀ ਪੂਜਾ ਹੁੰਦੀ ਹੈ। ਹਾਂਜੀ। ਜੀਤ ਕਹਾਂ ਬਿਨ ਸੂਰਤਾ ਮਨ ਥਿਤ ਬਿਨ ਧਿਆਨਾ। ਸੂਰਮਤਾਈ ਤੋਂ ਬਿਨਾ ਜਿੱਤ ਨਹੀਂ ਹੋ ਸਕਦੀ ਜੰਗ ਦੇ ਮੈਦਾਨ 'ਚ। ਜੇ ਸੂਰਮਤਾਈ ਨਹੀਂ ਪੱਲੇ ਤੇ ਕਿਵੇਂ ਜਿੱਤ ਸਕਦਾ? ਸੂਰਮਤਾਈ ਬਿਨਾ ਜਿੱਤ ਨਹੀਂ ਹੋ ਸਕਦੀ, ਤੇ ਗਿਆਨ ਤੋਂ ਬਿਨਾ ਮਨ ਨਹੀਂ ਟਿਕ ਸਕਦਾ। ਧਿਆਨ ਤੋਂ ਬਿਨਾ, ਜਿਹੜਾ ਮਨ ਹੈ ਇਹ ਧਿਆਨ ਬਿਨਾ ਨਹੀਂ ਟਿਕਦਾ। ਮਨ ਟਿਕਾਣ ਦਾ ਤਰੀਕਾ ਧਿਆਨ 'ਚ ਬੈਠਣਾ, ਧਿਆਨ 'ਚ ਬਹਿ ਕੇ ਸਿਮਰਨ ਕਰਨਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਤਾਂ ਇਹ ਮਨ ਟਿਕਦਾ। ਕਹਿੰਦੇ ਧਿਆਨ ਤੋਂ ਬਿਨਾਂ ਇਹ ਮਨ ਨਹੀਂ ਟਿਕਦਾ। ਬਿਨ ਸੰਤੋਖ ਉਰ ਸੁਖ ਕਹਾਂ ਤਪ ਬਿਨਾ ਨ ਰਾਜੂ। ਕਹਿੰਦੇ ਸੰਤੋਖ ਤੋਂ ਬਿਨਾਂ ਹਿਰਦੇ ਨੂੰ ਸੁੱਖ ਨਹੀਂ ਮਿਲਦਾ। ਸੰਤੋਖ ਬਿਨਾਂ ਸੁੱਖ ਕਾਹਦਾ? ਬਿਨਾਂ ਸੰਤੋਖ ਨਹੀਂ ਕੋ ਰਾਜਾ। ਸੰਤੋਖ ਬਿਨਾਂ ਨਹੀਂ ਕੋਈ ਰੱਜਦਾ। ਸੰਤੋਖ ਬਿਨਾਂ ਸੁੱਖ ਨਹੀਂ ਮਿਲਦਾ। ਤਪ ਤੋਂ ਬਿਨਾਂ ਰਾਜ ਨਹੀਂ ਮਿਲਦਾ। ਤਪ ਬਿਨਾਂ ਨਾ ਰਾਜੂ। ਤਪ ਬਿਨਾਂ ਰਾਜ ਨਹੀਂ ਪ੍ਰਾਪਤ ਹੁੰਦਾ। ਗਿਆਨ ਕਾ ਬਿਨ ਸਤਿਗੁਰੂ ਸ਼ੋਭਾ ਬਿਨ ਲਾਜੂ। ਬਿਨਾਂ ਸਤਿਗੁਰਾਂ ਤੋਂ ਗਿਆਨ ਨਹੀਂ ਹੋ ਸਕਦਾ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਬਿਨਾਂ ਗਿਆਨ ਨਹੀਂ ਹੋ ਸਕਦਾ। ਇਸੇ ਤਰ੍ਹਾਂ ਸ਼ੋਭਾ ਬਿਨ ਲਾਜੂ। ਕਹਿੰਦੇ ਜੇ ਸ਼ੋਭਾ ਨਹੀਂ ਤੇ ਸੋਭਾ ਬਿਨਾਂ ਲਾਜ ਨਹੀਂ ਹੁੰਦੀ। ਹਾਂਜੀ। ਬਿਨ ਜਹਾਜ ਤਰਬੂ ਕਹਾਂ ਸਾਗਰ ਅਸਗਾਹੂ। ਕਹਿੰਦੇ ਡੂੰਘਾ ਸਮੁੰਦਰ ਹੋਵੇ ਤੇ ਡੂੰਘਾ ਸਮੁੰਦਰ ਜਹਾਜ਼ ਬਿਨਾਂ ਨਹੀਂ ਤਰਿਆ ਜਾ ਸਕਦਾ। ਬਿਨਾਂ ਜਹਾਜ਼ ਤੋਂ ਭਲਾ ਸਮੁੰਦਰ ਤਰਿਆ ਜਾ ਸਕਦਾ? ਨਹੀਂ ਤਰਿਆ ਜਾ ਸਕਦਾ। ਭਗਤ ਕਹਾਂ ਬਿਨ ਪ੍ਰੇਮ ਕੇ ਪਗ ਪੰਕਜ ਮਾਉ। ਕਹਿੰਦੇ ਪ੍ਰੇਮ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ ਅਕਾਲ ਪੁਰਖ ਦੇ ਚਰਨਾਂ ਦੀ। ਪ੍ਰੇਮ ਬਿਨਾਂ ਕਾਹਦੀ ਭਗਤੀ? ਭਗਤੀ ਤਾਂ ਪ੍ਰੇਮ ਚ ਉਪਜਦੀ ਆ ਨਾ। ਕਹਿੰਦੇ ਪ੍ਰੇਮ ਬਿਨਾਂ ਪਰਮੇਸ਼ਰ ਦੇ ਚਰਨ ਕਮਲਾਂ ਦੀ ਭਗਤੀ ਨਹੀਂ ਉਪਜਦੀ। ਕਵਿਤਾ ਬਿਨ ਕੀਰਤ ਕਹਾਂ ਜਸ ਬਿਨਾ ਨ ਦਾਨਾ। ਖਾਲਸਾ ਜੀ ਕਵਿਤਾ ਬਿਨਾਂ ਕੀਰਤੀ ਨਹੀਂ ਹੋ ਸਕਦੀ। ਸਭ ਤੋਂ ਸ੍ਰੇਸ਼ਟ ਤਰੀਕਾ ਹੈ ਵੀ ਕੀਰਤੀ ਕਰਨੀ ਕਿਸੇ ਦੀ ਕਵਿਤਾ ਉਚਾਰ ਕੇ। ਕਵਿਤਾ ਨਾਲ ਕੀਰਤੀ, ਕਵਿਤਾ ਬਿਨਾਂ ਕੀਰਤੀ ਨਹੀਂ ਹੋ ਸਕਦੀ ਕਿਸੇ ਦੀ। ਤੇ ਜਸ ਬਿਨਾਂ ਨਾ ਦਾਨਾ। ਕਹਿੰਦੇ ਦਾਨ ਦਿੱਤੇ ਬਿਨਾਂ ਜਸ ਨਹੀਂ ਹੁੰਦਾ। ਜਿਹੜਾ ਦਾਨ ਕਰਦਾ ਉਹਨਾਂ ਦਾ ਜਸ ਹੁੰਦਾ। ਸੰਸਾਰ 'ਚ ਵੀ ਫਲਾਣਾ ਬੰਦਾ ਦਾਨੀ ਹੈ। ਦਾਨ ਕੀਤੇ ਬਿਨਾਂ ਜਸ ਨਹੀਂ ਹੁੰਦਾ। ਮੁਕਤ ਕਾ ਬਿਨ ਪ੍ਰਭੂ ਕੇ ਸੁਰ ਬਿਨਾ ਨ ਗਾਨਾ। ਕਹਿੰਦੇ ਗੁਰੂ ਬਿਨਾਂ, ਪ੍ਰਭੂ ਤੋਂ ਬਿਨਾਂ ਮੁਕਤੀ ਨਹੀਂ ਮਿਲਦੀ। ਮੁਕਤ ਕਹਾ ਬਿਨ ਪ੍ਰਭੂ ਕੇ, ਪ੍ਰਭੂ ਬਿਨਾਂ, ਪਰਮੇਸ਼ਰ ਦੇ ਭਜਨ ਬਿਨਾਂ ਮੁਕਤੀ ਨਹੀਂ ਹੁੰਦੀ। ਸੁਰ ਬਿਨਾਂ ਨਾ ਗਾਨਾ। ਜੇ ਸੁਰ ਨਾ ਹੋਵੇ ਤੇ ਸੁਰ ਬਿਨਾਂ ਗਾਣਾ ਨਹੀਂ ਹੁੰਦਾ। ਜੇ ਸੁਰ ਹੋਵੇਗੀ ਤੇ ਗਾਇਆ ਜਾਂਦਾ ਨਾ। ਬਿਨਾਂ ਸੁਰ ਤੋਂ ਗਾਇਆ ਨਹੀਂ ਜਾਂਦਾ। ਜਿਹੜਾ ਕੋਈ ਬੇਸੁਰਾ ਗਾਵੇ ਉਹ ਤਾਂ ਉਦਾਂ ਸਿਰ 'ਚ ਵੱਜਦਾ। ਕਹਿੰਦੇ ਸੁਰ ਬਿਨਾਂ ਗਾਣਾ ਨਹੀਂ ਹੁੰਦਾ। ਸਤਿਗੁਣ ਬਿਨਾ ਨ ਸ਼੍ਰੇ ਹੈ ਸ਼ਰਦਾ ਬਿਨ ਸੇਵਾ। ਕਹਿੰਦੇ ਸਦ ਗੁਣਾ ਤੋਂ ਬਿਨਾਂ ਕਲਿਆਣ ਨਹੀਂ ਹੋ ਸਕਦੀ ਤੇ ਸ਼ਰਧਾ ਤੋਂ ਬਿਨਾਂ ਸੇਵਾ ਨਹੀਂ ਹੋ ਸਕਦੀ। ਸ਼ਰਧਾ ਬਿਨਾਂ ਸੇਵਾ ਨਹੀਂ ਹੋ ਸਕਦੀ। ਸੇਵਾ ਤੋਂ ਪਹਿਲਾਂ ਸ਼ਰਧਾ ਚਾਹੀਦੀ ਹੈ ਹਿਰਦੇ 'ਚ। ਹਾਂਜੀ। ਮੰਤਰ ਸਿੱਧ ਬਿਨ ਜਪ ਕਹਾਂ ਬਰ ਬਿਨਾ ਨ ਦੇਵਾ। ਕਹਿੰਦੇ ਜਾਪ ਤੋਂ ਬਿਨਾਂ ਮੰਤਰ ਸਿੱਧ ਨਹੀਂ ਹੁੰਦਾ। ਕੋਈ ਵੀ ਮੰਤਰ ਸਿੱਧ ਕਰਨਾ ਉਹਨੂੰ ਜਪਣਾ ਪੈਂਦਾ। ਜਪੇ ਬਿਨਾਂ ਕੋਈ ਮੰਤਰ ਸਿੱਧ ਹੋ ਸਕਦਾ ਭਲਾ? ਨਹੀਂ ਹੋ ਸਕਦਾ। ਕਹਿੰਦੇ ਜਾਪ ਬਿਨਾਂ ਮੰਤਰ ਨਹੀਂ ਸਿੱਧ ਹੁੰਦਾ ਤੇ ਵਰ ਬਿਨਾਂ ਨਾ ਦੇਵਾ। ਤੇ ਕਹਿੰਦੇ ਜਿਹੜਾ ਵਰ ਹੈ ਉਹ ਕਿਸੇ ਸਾਧੂ ਬਿਨਾਂ, ਕਿਸੇ ਮਹਾਂਪੁਰਖ ਬਿਨਾਂ, ਕਿਸੇ ਦੇਵ ਬਿਨਾਂ ਵਰ ਨਹੀਂ ਪ੍ਰਾਪਤ ਹੁੰਦਾ। ਵਰ ਲੈਣ ਲਈ ਕਿਸੇ ਸਾਧੂ ਦੀ ਸੇਵਾ ਕਰਨੀ ਪੈਂਦੀ ਹੈ। ਹਾਂਜੀ। ਬਿਨ ਸਿੱਖੀ ਤਰਬੂ ਕਹਾਂ ਜਗ ਸਾਗਰ ਪਾਰਾ। ਕਹਿੰਦੇ ਸੰਸਾਰ ਬੜਾ ਡੂੰਘਾ ਸਮੁੰਦਰ ਹੈ। ਬਿਨਾਂ ਗੁਰੂ ਦੀ ਸਿੱਖੀ ਤੇ ਇਹਨੂੰ ਤਰਿਆ ਨਹੀਂ ਜਾ ਸਕਦਾ। ਜੇ ਗੁਰੂ ਕੀ ਸਿੱਖੀ ਨਹੀਂ ਧਾਰਦੇ, ਗੁਰੂ ਕੀ ਸਿੱਖੀ ਧਾਰੇ ਬਿਨਾਂ ਇਹ ਜਗ ਨਹੀਂ ਲੰਘਿਆ ਜਾਂਦਾ। ਇਹ ਸੰਸਾਰ ਸਮੁੰਦਰ ਨਹੀਂ ਤਰਿਆ ਜਾਂਦਾ। ਦਿਓਸ ਕਾ ਸੂਰਜ ਬਿਨਾ ਮੈਂ ਏਵ ਵਿਚਾਰਾ। ਕਹਿੰਦੇ ਸੂਰਜ ਬਿਨਾਂ ਦਿਨ ਨਹੀਂ ਚੜ ਸਕਦਾ। ਇਹ ਲੋ ਸੂਰਜ ਬਿਨਾਂ ਨਹੀਂ ਹੋ ਸਕਦੀ। ਕਹਿੰਦੇ ਸਾਰੀਆਂ ਗੱਲਾਂ ਮੈਂ ਆਪਣੇ ਹਿਰਦੇ 'ਚ ਵਿਚਾਰੀਆਂ। ਬਾਬਾ ਦਾਤੂ ਜੀ ਕਹਿੰਦੇ ਜਿਵੇਂ ਸਾਰੀਆਂ ਚੀਜ਼ਾਂ ਹੋ ਨਹੀਂ ਨਾ ਸਕਦੀਆਂ, ਵੀ ਗੁਣਾ ਬਿਨਾਂ ਪੂਜਾ ਨਹੀਂ ਹੋ ਸਕਦੀ, ਦਾਨ ਬਿਨਾਂ ਜਸ ਨਹੀਂ ਹੋ ਸਕਦਾ, ਸੂਰਜ ਬਿਨਾਂ ਦਿਨ ਨਹੀਂ ਚੜ ਸਕਦਾ। ਇਦਾਂ ਕੱਲੀ ਗੱਦੀ ਲਾ ਕੇ ਗੁਰੂ ਬਣ ਕੇ ਬੈਠਣ ਨਾਲ ਬੰਦਾ ਗੁਰੂ ਨਹੀਂ ਬਣ ਸਕਦਾ ਜਦੋਂ ਤੱਕ ਅੰਦਰ ਗਿਆਨ ਦੀ ਖੇਡ ਨਹੀਂ ਜਾਗੀ ਹੈ। ਕਹਿੰਦੇ ਮੈਂ ਇਹ ਗੱਲ ਸਮਝ ਗਿਆ ਆਪਣੇ ਹਿਰਦੇ 'ਚ। ਹਾਂਜੀ। ਨਮੋ ਨ ਕੀਨੀ ਸਿੱਖ ਕਹਿ ਕਿਤ ਰਿਓ ਸੁਦੈਬੋ। ਕਹਿੰਦੇ ਸਿੱਖਾਂ ਨੇ ਤਾਂ ਮੈਨੂੰ ਮੱਥਾ ਤੱਕ ਨਹੀਂ ਡੇਕਿਆ। ਦੇਣਾ ਤਾਂ ਕੀ ਸੀ, ਕਿਸੇ ਨੇ ਭੇਟਾ ਆ ਗਏ। ਕਹਿੰਦੇ ਕਿਸੇ ਨੇ ਆ ਕੇ ਰਾਮ ਸਤ ਵੀ ਨਹੀਂ ਕਿਹਾ ਕੋਲ। ਕਿਸੇ ਨੇ ਨਮਸਕਾਰ ਤੱਕ ਨਹੀਂ ਆ ਕੇ ਕੀਤੀ। ਕਿਸੇ ਨੇ ਚੜਾਵਾ ਤਾਂ ਕੀ ਚੜਾਣਾ ਸੀ। ਸੁਨਤ ਖਿਜੇ ਸਭ ਮਨ ਵਿਖੇ ਕਿਆ ਤਿਨ ਤੇ ਲੈਬੋ। ਸਗੋਂ ਸੁਣ ਕੇ ਖਿਜਦੇ ਸੀ ਸਾਰੇ।
ਕਹਿੰਦੇ ਬਾਬੇ ਦਾਤੂ ਨੇ ਬੜਾ ਮਾੜਾ ਕੰਮ ਕੀਤਾ। ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੇ ਲੱਤ ਕੱਢ ਮਾਰੀ। ਕਹਿੰਦੇ ਖਿੱਚਦੇ ਸੀ। ਕਹਿੰਦੇ ਜਿਹੜੇ ਹੁਣ ਖਿੱਚਦੇ ਸੀ ਉਹਨਾਂ ਨੇ ਮੈਨੂੰ ਆ ਕੇ ਕੀ ਮੱਥਾ ਟੇਕਣਾ ਸੀ, ਕੀ ਮੈਨੂੰ ਆ ਕੇ ਦਾਨ ਪੁੰਨ ਕਰਨਾ ਸੀ। ਗੁਰਤਾ ਗਾਦੀ ਜਿਸੇ ਢਿਗ ਤਿਸ ਹੀ ਕੀ ਪੂਜਾ। ਇਹ ਸਮਝ ਗਏ ਸਾਰੀ ਦੁਨੀਆ, ਮੈਨੂੰ ਵੀ ਇਹ ਸਮਝ ਪੈ ਗਈ ਵੀ ਗੁਰ ਗੱਦੀ ਜਿਨ੍ਹਾਂ ਦੇ ਕੋਲ ਹੈ ਉਹਨਾਂ ਦੀ ਪੂਜਾ ਹੋਣੀ। ਗੁਰਤਾ ਗੱਦੀ ਜਦੋਂ ਖੁਦ ਗੁਰੂ ਅਮਰਦਾਸ ਸਾਹਿਬ ਨੂੰ ਗੁਰੂ ਅੰਗਦ ਸਾਹਿਬ ਨੇ ਦਿੱਤੀ ਤੇ ਫਿਰ ਉਹਨਾਂ ਦੀ ਪੂਜਾ ਤੋਂ ਬਿਨਾਂ ਕਿਸੇ ਦੂਜੇ ਦੀ ਤੀਜੇ ਦੀ ਪੂਜਾ ਕਿਵੇਂ ਹੋ ਸਕਦੀ ਸੀ। ਹਾਂਜੀ, ਬਿਨ ਅਜ਼ਮਤ ਕੈਸੀ ਪੁਜੇ ਬੈਠੇ ਜੇ ਦੂਜਾ। ਬਿਨਾਂ ਕਰਾਮਾਤ ਤੋਂ ਜੇ ਕੋਈ ਦੂਜਾ ਕੱਚਾ ਪਿੱਲਾ ਗੁਰੂ ਬਣ ਕੇ ਬਹਿ ਵੀ ਜਾਏ ਤੇ ਉਹਦੀ ਪੂਜਾ ਕਿਵੇਂ ਹੋ ਸਕਦੀ ਹੈ। ਅਜ਼ਮਤ ਬਿਨਾਂ ਗੁਰੂ ਨਹੀਂ ਨਾ ਹੋ ਸਕਦਾ ਤੇ ਗਿਆਨ ਬਿਨਾਂ ਗੁਰੂ ਨਹੀਂ ਹੋ ਸਕਦਾ। ਤੋ ਕਹਿੰਦੇ ਫਿਰ ਕਿਸੇ ਦੂਜੇ ਦੀ ਪੂਜਾ ਕਿਵੇਂ ਹੋ ਜਾਂਦੀ। ਗੁਰੂ ਅਮਰ ਕੇ ਸਦਨ ਤੇ ਮੈਂ ਸਭ ਕੁਛ ਲੀਨਾ। ਬਾਬਾ ਦਾਤੂ ਜੀ ਕਹਿੰਦੇ ਫਿਰ ਮੈਂ ਵੇਖਿਆ ਵੀ ਜਦੋਂ ਨਹੀਂ ਆਇਆ ਕੋਈ, ਸ਼ਾਮ ਪੈ ਗਈ। ਗੁਰੂ ਅਮਰਦਾਸ ਸਾਹਿਬ ਦੇ ਘਰ 'ਚ ਜਿੰਨਾ ਵੀ ਰਾਜ ਸਾਜ ਸੀ, ਲੰਗਰਾਂ ਵਿੱਚ ਭਾਂਡੇ ਸੀ, ਬਰਟੋਏ ਸੀ, ਜੋ ਕੁਝ ਵੀ ਸੀ ਉਹਨਾਂ ਦੇ ਘਰ ਵਿੱਚ, ਕਹਿੰਦੇ ਮੈਂ ਸਾਰਾ ਕੁਝ ਹੀ ਲੈ ਲਿਆ। ਦਰਬ ਸਭ ਸਰਬ ਲੈ ਗਰਭ ਹੱਥ ਚਲਬੋ ਮਗ ਕੀਨਾ। ਬੜੇ ਹੰਕਾਰ ਨਾਲ ਮੈਂ ਜਿੰਨਾ ਉਹਨਾਂ ਦੇ ਘਰ ਧਨ ਪਿਆ ਸੀ, ਕੋਈ ਹੋਰ ਵਸਤੂਆਂ ਪਈਆਂ ਸੀ, ਪਦਾਰਥ ਪਏ ਸੀ, ਸਾਰਾ ਕੁਝ ਗੱਡਿਆਂ ਤੇ ਲੱਦ ਲਿਆ ਵੀ ਮੈਂ ਨਹੀਂ ਇੱਥੇ ਕੁਝ ਛੱਡਣਾ, ਇਹ ਸਾਰਾ ਕੁਝ ਸਾਡਾ, ਗੁਰਿਆਈ ਸਾਡੀ ਹੈ। ਕਹਿੰਦੇ ਮੈਂ ਜਿੰਨਾ ਵੀ ਗੁਰੂ ਘਰ ਦਾ ਰਾਜ ਸਾਜ ਸੀ, ਭਾਂਡੇ ਤੱਕ ਵੀ ਗੁਰੂ ਕੇ ਲੰਗਰਾਂ ਦੇ, ਉਹ ਸਾਰੇ ਚੁੱਕ ਕੇ ਕੱਪੜੇ ਬਸਤਰ ਜੋ ਜੋ ਵੀ ਸੀਗਾ ਉਹ ਗੜ ਲੱਦ ਲਿਆ ਤੇ ਲੈ ਕੇ ਮੈਂ ਚੱਲਣ ਦੀ ਤਿਆਰੀ ਕਰ ਲਈ। ਲੋਭ ਤਾਰ ਮੈਂ ਲੈ ਚੱਲਿਓ ਸਰਬੋ ਲਾਦੀ। ਕਹਿੰਦੇ ਕਈ ਗੱਡੇ ਲੱਦ ਕੇ ਨਾ ਗੁਰੂ ਘਰ ਦੇ ਜਿੰਨਾ ਰਾਜ ਸਾਜ ਸਮਾਨ ਸੀ ਉਹ ਲੱਦ ਕੇ ਤੇ ਮੈਂ ਚੱਲ ਪਿਆ, ਮਨ 'ਚ ਲਾਲਚ ਧਾਰ ਕੇ ਵੀ ਚਲੋ ਜੇ ਹੋਰ ਨਹੀਂ ਕੁਝ ਮਿਲਿਆ, ਇਹ ਰਾਜ ਸਾਜ ਤਾਂ ਆਇਆ ਹੱਥ, ਇਹ ਵਸਤੂਆਂ ਇਹ ਪਟਾਵਾਂ ਤਾਂ ਮਿਲੀਆਂ ਮੇਰੇ ਕੋਲ। ਕਹਿੰਦੇ ਗੱਡਿਆਂ ਤੇ ਲੱਦ ਕੇ ਤੇ ਮੈਂ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਨੂੰ ਚੱਲ ਪਿਆ। ਦੋਇ ਤ੍ਰੈ ਸੇਵਕ ਸੰਗ ਤੇ ਅਤ ਭਾ ਐ ਲਾਦੀ। ਕਹਿੰਦੇ 3-4 ਨੌਕਰ ਸੀ ਮੇਰੇ ਨਾਲ। ਮੈਂ ਬੜਾ ਖੁਸ਼ ਵੀ ਅੱਜ ਚੰਗਾ ਮਾਲ ਸੰਪਦਾ ਹੱਥ 'ਚ ਲੱਗਾ। ਗੁਰੂ ਘਰ ਵਿੱਚ ਜੋ ਕੁਝ ਸੀ ਮੈਂ ਸਾਰਾ ਲੈ ਆਇਆ। ਦੋਏ ਕਟੀ ਜਬ ਦਿਨ ਰਹਿਓ ਮਾਰਗ ਪ੍ਰਸਥਾਨੇ। ਕਹਿੰਦੇ 2 ਘੜੀਆਂ ਦਿਨ ਬਾਕੀ ਰਹਿੰਦਾ ਸੀ, ਸ਼ਾਮ ਜਿਹਦਾ ਵੇਲਾ ਸੀ ਪਿਛਲਾ ਤਰਕਾਲਾਂ ਦਾ, ਤੇ ਉਦੋਂ ਕਹਿੰਦੇ ਮੈਂ ਟੁਰਿਆ ਸੀ ਗੋਇੰਦਵਾਲ ਸਾਹਿਬ ਤੋਂ। ਆਪਨ ਸੰਦਨ ਖਡੂਰ ਕੋ ਚਿਤ ਚਹਿਤ ਜਾਣੇ। ਤੇ ਖਡੂਰ ਸਾਹਿਬ ਆਪਣੇ ਘਰ ਜਾਣ ਦੀ ਮੈਂ ਤਿਆਰੀ ਕੀਤੀ, ਉਧਰ ਨੂੰ ਹੀ ਮੈਂ ਜਾ ਰਿਹਾ ਸੀ। ਬਹੁ ਤਨ ਲੈ ਗਮਨਿਓ ਜਬੇ ਦਿਨ ਮਣ ਅਸਤਾਇਓ। ਕਹਿੰਦੇ ਜਦੋਂ ਇਹ ਬਹੁਤਾ ਕੁਝ ਮੈਂ ਗੱਡਿਆਂ ਤੇ ਲੱਦ ਕੇ ਲੈ ਟੁਰਿਆ ਤੇ ਇਧਰ ਦਿਨ ਮਣੀ ਯਾਨੀ ਕਿ ਸੂਰਜ ਜਿਹੜਾ ਸੀ ਇਹ ਛਪ ਗਿਆ। ਅੰਧਕਾਰ ਪਾ ਜਗਤ ਮੈਂ ਦਸਹੋਂ ਦਿਸ਼ ਛਾਇਓ। ਇੱਕਦਮ ਹਨੇਰਾ ਜਾ ਪੈ ਗਿਆ। ਕਹਿੰਦੇ ਗੋਇੰਦਵਾਲ ਸਾਹਿਬ ਤੋਂ ਪਹਿਲਾਂ ਹੀ ਰਸਤੇ 'ਚ ਹੀ ਹਨੇਰਾ ਪੈ ਗਿਆ। ਪਹੁੰਚਿਓ ਨਹੀਂ ਖਡੂਰ ਮੈਂ ਰਹਿ ਦੂਰ ਕਿਤੇ ਕਾ। ਕਹਿੰਦੇ ਹਾਲੇ ਮੈਂ ਪਹੁੰਚਿਆ ਨਹੀਂ ਸੀ ਖਡੂਰ ਸਾਹਿਬ ਗੋਇੰਦਵਾਲ ਸਾਹਿਬ ਤੋਂ ਤੇ ਘਰ ਮੇਰਾ ਥੋੜਾ ਜਿਹਾ ਦੂਰ ਰਹਿ ਗਿਆ। ਤਸਕਰ ਪੈਦਾ ਇੱਕ ਮਿਲੇ ਤੈ ਸਮੇਂ ਅਨੇਕਾ। ਕਹਿੰਦੇ ਰਾਤ ਨੂੰ 20-50 ਚੋਰ ਰਾਹ ਮਾਰ ਠੱਗ ਉਹ ਕਹਿੰਦੇ ਸਾਨੂੰ ਰਸਤੇ 'ਚ ਆ ਮਿਲੇ। ਹਾਲੇ ਮੈਂ ਖਡੂਰ ਸਾਹਿਬ ਪਹੁੰਚਣਾ ਸੀ ਤੇ ਰਸਤੇ ਵਿੱਚ ਹੀ ਉਹ ਜਿਹੜੇ ਚੋਰ ਸੀ ਬੜੇ ਡਰਾਵਣੇ, ਉਹਨਾਂ ਦੇ ਕੋਲ ਤਲਵਾਰਾਂ, ਨੇਜੇ, ਭਾਲੇ, ਹਥਿਆਰ ਸੀ, ਉਹ ਸਾਨੂੰ ਰਸਤੇ 'ਚ ਆ ਮਿਲੇ। ਦੇਖਤ ਸ਼ਸਤਰ ਉਠਾਏ ਕੈ ਮਾਰਨ ਕੋ ਆਏ। ਉਹ ਤਲਵਾਰਾਂ ਧੂ ਕੇ ਸਾਨੂੰ ਮਾਰਨ ਵਾਸਤੇ ਆ ਗਏ ਵੀ ਇਹਨਾਂ ਨੂੰ ਮਾਰ ਦਈਏ। ਤਰਾਸ ਪਾਏ ਤਿੰਨ ਪਾਸ ਤੇ ਮਮ ਦਾਸ ਪਲਾਏ। ਜਿਹੜੇ ਮੇਰੇ ਨੌਕਰ ਸੀ ਉਹ ਮੇਰੇ ਤੋਂ ਪਹਿਲਾਂ ਭੱਜ ਗਏ। ਜਦੋਂ ਆ ਗਏ ਚੋਰ ਮਾਰਨ ਤੇ ਉਹ ਪਹਿਲਾਂ ਭੱਜ ਗਏ। ਨੇੜੇ ਤੇੜੇ ਦਿਸੇ ਨਾ ਕੋਈ ਸੇਵਾਦਾਰ, ਮੈਂ ਆਵਾਜ਼ਾਂ ਮਾਰੀ ਜਾਵਾਂ ਕੋਈ ਉੱਥੇ ਹੋਵੇ ਤੇ ਦਿਸੇ। ਕਹਿੰਦੇ ਮੈਂ ਕੱਲਾ ਉੱਥੇ ਉਹਨਾਂ ਚੋਰਾਂ ਦੇ ਕਾਬੂ ਆ ਗਿਆ। ਮੈਂ ਡਰ ਧਰ ਬੋਲਿਓ ਤਬੇ ਕਿਉਂ ਮਾਰੋ ਮੋਈ। ਕਹਿੰਦੇ ਮੈਂ ਫਿਰ ਡਰ ਕੇ ਉਹਨਾਂ ਚੋਰਾਂ ਨੂੰ ਆਖਿਆ ਵੀ ਤੁਸੀਂ ਮੈਨੂੰ ਜਾਨੋ ਕਿਉਂ ਮਾਰਦੇ ਹੋ। ਧਨ ਕਾਰਨ ਮਾਰਨ ਕਰੋ ਲਿਓ ਜੀਤ ਕੋ ਹੋਈ। ਤੁਸੀਂ ਇਹ ਧਨ ਕਰਕੇ ਮੈਨੂੰ ਮਾਰਦੇ ਹੋ, ਇਹ ਜਿੰਨਾ ਹੈ ਤੁਸੀਂ ਸਾਰਾ ਕੁਝ ਲੈ ਜਾਓ, ਮਾਰਦੇ ਕਿਉਂ? ਜੇ ਧਨ ਚਾਹੀਦਾ ਇਹ ਸਾਰਾ ਤੁਸੀਂ ਲੈ ਜਾਓ। ਛੀਨ ਲੀਨ ਵਸਤੂ ਸਕਲ
ਨੈ ਬੋਲਨ ਦੀਨੋ। ਕਹਿੰਦੇ ਮੇਰੇ ਕੋਲ ਜਿੰਨੀਆਂ ਵਸਤੂਆਂ ਨਾ ਚੋਰਾਂ ਨੇ ਖੋਹ ਲੀਆਂ, ਮੈਨੂੰ ਉੱਚਾ ਬੋਲਣ ਤੱਕ ਨਹੀਂ ਦਿੱਤਾ। ਪੁਨ ਸਰੀਰ ਕੇ ਚੀਰ ਸਭ ਕੀਏ ਤਿਨ ਤੇ ਹੀਨੋ। ਇੱਥੇ ਹੀ ਬਸ ਨਹੀਂ ਗੁਰੂ ਜੀ, ਉਹਨਾਂ ਮੇਰੇ ਤਨ ਤੇ ਪਾਏ ਕੱਪੜੇ ਵੀ ਲਵਾ ਲਏ। ਮੇਰੇ ਤਨ ਤੇ ਜਿਹੜੇ ਮੇਰੇ ਕਹਿੰਦੇ ਗੁਰੂ ਘਰ ਦਾ ਰਾਜ ਸਾਜ ਤਾਂ ਲੁੱਟਿਆ ਹੀ ਗਿਆ, ਜਿਹੜਾ ਮੇਰਾ ਆਪਣਾ ਸੀ ਉਹ ਵੀ ਲੈ ਗਏ ਸਾਰਾ ਕੁਝ। ਤਨ ਦੇ ਜਿਹੜੇ, ਕਿਉਂਕਿ ਗੁਰੂ ਘਰ ਹੈ ਸ਼ੀਸ਼ਾ, ਜਿਹੋ ਜੀ ਕੋਈ ਦ੍ਰਿਸ਼ਟੀ ਲੈ ਕੇ ਆਉਂਦਾ ਉਹਨੂੰ ਉਦਾਂ ਦਾ ਦਿਸ ਪੈਂਦਾ। ਇਹ ਗੁਰੂ ਘਰ ਨੂੰ ਲੁੱਟ ਕੇ ਆਏ, ਅੱਗੋਂ ਆਪ ਲੁੱਟੇ ਗਏ। ਭਾਜੀ ਪਾਈ ਸੀ, ਗੁਰੂ ਘਰ ਦਾ ਰਾਜ ਸਾਜ ਤਾਂ ਗਿਆ ਹੀ, ਆਪਣਾ ਵੀ ਗਵਾ ਲਿਆ। ਕਹਿੰਦੇ ਮੇਰੇ ਕੱਪੜੇ ਤੱਕ ਵੀ ਲਵਾ ਕੇ ਮੈਨੂੰ ਬਿਲਕੁਲ ਨਿਰਵਸਤਰ ਕਰ ਦਿੱਤਾ ਉਹਨਾਂ ਚੋਰਾਂ ਨੇ। ਅਤਿਸ਼ੈ ਸੰਕਟ ਪਾਏ ਕੈ ਨਿਜ ਆਏ ਨਿਕੇਤਾ। ਇਹ ਤਾਂ ਬੜਾ ਸੰਕਟ ਪਾ ਕੇ, ਦੁੱਖ ਪਾ ਕੇ ਮਹਾਰਾਜ ਜੀ ਮੈਂ ਆਪਣੇ ਨਗਰ ਖਡੂਰ ਸਾਹਿਬ ਘਰ ਆ ਗਿਆ। ਚਿੰਤਾ ਸਲਤਾ ਚਿਤ ਬਇਓ ਮਨ ਸ਼ੋਕ ਸਮੇਤਾ। ਚਿੰਤਾ ਦੀ ਨਦੀ ਵਿੱਚ ਮੇਰਾ ਮਨ ਵਹਿ ਟੁਰਿਆ, ਮਨ ਸ਼ੋਕ ਦੇ ਨਾਲ ਭਰ ਗਿਆ। ਕਰਨ ਅਵਗਿਆ ਬਡਨ ਕੀ ਕੈਸੇ ਸੁਖ ਪਾਵੇ। ਵੱਡਿਆਂ ਦੀ ਅਵਗਿਆ ਕਰਕੇ ਕਦੇ ਕੋਈ ਸੁਖੀ ਨਹੀਂ ਹੋਇਆ। ਕਹਿੰਦੇ ਮੈਂ ਇਹ ਤੱਤ ਕੱਢਿਆ ਕਿ ਜਦੋਂ ਕੋਈ ਵੱਡਿਆਂ ਦੀ ਅਵਗਿਆ ਕਰਦਾ ਉਹ ਕਦੇ ਸੁਖੀ ਨਹੀਂ ਹੁੰਦਾ। ਕਟੇ ਤਰੋਵਰ ਕੋ ਜਬੇ ਪੁਨ ਫਲ ਕਿਮ ਖਾਵੇ। ਜੇ ਦਰਖਤ ਦੀ ਜੜ ਹੀ ਕੱਟ ਦਿਓ ਤੇ ਫਲ ਕਿਵੇਂ ਮਿਲਣਗੇ? ਜੇ ਜੜ ਹੀ ਵੱਢ ਦਿਓਗੇ ਤੇ ਕਿਵੇਂ ਫਲ ਪ੍ਰਾਪਤ ਹੋਣਗੇ? ਤੋਰੇ ਤਰੀ ਜੋ ਤੋਏ ਮੈਂ ਕਿਮ ਤਰੇ ਸੁਖਾਰੋ। ਦਰਿਆ ਦੇ ਵਿੱਚ ਕਿਸ਼ਤੀ 'ਚ ਬੈਠੇ ਹੋ ਤੇ ਵਿੱਚ ਬੈਠਿਆਂ ਤੁਸੀਂ ਕਿਸ਼ਤੀ 'ਚ ਕਿਸ਼ਤੀ ਤੋੜ ਦਿਓ ਤੇ ਕਿਵੇਂ ਤਰੋਗੇ? ਡੁੱਬੋਗੇ ਹੀ ਨਾ। ਹਾਂਜੀ। ਸਦਨ ਢਾਵਨ ਬਸਨ ਚੈ ਮਤ ਮੰਦ ਗਵਾਰੋ। ਹੁਣ ਕੋਈ ਗਵਾਰ ਬੰਦਾ ਘਰ ਢਾ ਕੇ ਤੇ ਉਸ ਘਰ 'ਚ ਵਸਣਾ ਚਾਹੇ, ਜੇ ਘਰ ਹੀ ਢਾ ਦਿੱਤਾ ਤੇ ਵਸੇਗਾ ਕਿਵੇਂ? ਏਦਾਂ ਵੱਡਿਆਂ ਦਾ ਅਨਾਦਰ ਕਰਕੇ, ਉਹਨਾਂ ਦੀ ਬੇਅਦਬੀ ਕਰਕੇ ਕੋਈ ਬੰਦਾ ਕਹੇ ਮੈਂ ਸੁਖੀ ਬਸਾਂ, ਉਹ ਕਿਵੇਂ ਸੁਖੀ ਬਸ ਸਕਦਾ ਹੈ? ਇਮ ਚਿਤਵਤ ਚਿੰਤਾ ਮਹਾ ਸਭ ਵਸਤ ਗਵਾਏ। ਕਹਿੰਦੇ ਏਦਾਂ ਚਿਤਵਦਿਆਂ ਮੈਂ ਆਪਣੀਆਂ ਸਾਰੀਆਂ ਵਸਤੂਆਂ ਗਵਾ ਲਈਆਂ। ਬਹੁਤ ਬਿਸੂਰਤ ਬੈਠ ਕਰ ਨੈ ਕਿਸੂ ਥਾਏ। ਕਹਿੰਦੇ ਮੈਂ ਘਰ ਵਿੱਚ ਆ ਕੇ ਉਸ ਦਿਨ ਤੋਂ ਦੁਖੀ ਹੋ ਕੇ ਕਮਰੇ 'ਚ ਬਹਿ ਗਿਆ, ਕਿਸੇ ਨੂੰ ਆਪਣਾ ਦੁੱਖ ਨਹੀਂ ਦੱਸਿਆ। ਇਹ ਤਾਂ ਸੀਗਾ ਹੀ, ਪਰ ਜਿਹੜੀ ਲੱਤ ਮਾਰੀ ਸੀ ਮੈਂ ਸਤਿਗੁਰੂ ਜੀ ਦੀ ਛਾਤੀ 'ਚ, ਉਹ ਲੱਤ 'ਚ ਮਹਾਰਾਜ ਜੀ ਇੰਨੀ ਭਿਆਨਕ ਪੀੜਾ ਉੱਠਦੀ ਹੈ ਵੀ ਮੇਰੀ ਹੱਡੀ ਚੀਸ ਦੇ ਨਾਲ ਤਰਾਟ ਪਾਉਂਦੀ ਹੈ। ਇਹ ਪੀੜਾ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੁੰਦੀ, ਕਿਉਂਕਿ ਗੁਰੂ ਅਮਰਦਾਸ ਸਾਹਿਬ ਨੇ ਸੁਭਾਵਕ ਹੀ ਕਿਹਾ ਸੀ, ਬਾਬਾ ਜੀ ਤੁਹਾਡੇ ਚਰਨਾਂ ਵਿੱਚ ਲੱਤ 'ਚ ਦਰਦ ਤਾਂ ਨਹੀਂ ਹੋਈ? ਉਹਨਾਂ ਨੇ ਇੰਨਾ ਕਿਹਾ ਹੀ ਸੀ ਤੇ ਹੋ ਗਈ ਸ਼ੁਰੂ। ਤੇ ਮਹਾਰਾਜ ਹੁਣ ਤੁਸੀਂ ਆਏ ਹੋ, ਕਿਰਪਾ ਕਰੋ, ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਸਾਧ ਸੰਗਤ ਜੀ, ਸੰਪਰਦਾਇ ਦਲ ਬਾਬਾ ਬਿਧੀ ਚੰਦ ਸਾਹਿਬ, ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅੰਸ਼ ਬੰਸ ਸੰਤ ਬਾਬਾ ਅਵਤਾਰ ਸਿੰਘ ਜੀ, ਉਹ ਹਰ ਸਾਲ ਦਲ ਪੰਥ ਸਮੇਤ ਪਟਿਆਲੇ ਸ਼ਹਿਰ ਵਿੱਚ ਆਉਂਦੇ ਹੈ। ਗੁਰੂ ਨਾਨਕ ਆਸ਼ਰਮ ਜਿੱਥੇ ਸੰਤ ਬਾਬਾ ਨਿਰੰਜਨ ਸਿੰਘ ਜੀ ਦਾ ਅਸਥਾਨ ਹੈ, ਉਹਦੇ ਸਾਹਮਣੇ ਰਸੂਲਪੁਰ ਸੈਦਾ ਨਗਰ ਹੈ, ਉੱਥੇ ਦਲ ਪੰਥ ਉਤਰਿਆ। ਹੁਣ 6 ਵਜੇ ਮਹੱਲੇ ਕੱਢੇ ਜਾਣੇ ਆ, ਘੋੜ ਸਵਾਰੀ ਹੋਵੇਗੀ, ਨੇਜੇਬਾਜੀ ਹੋਵੇਗੀ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜੇ ਹਾਜ਼ਰੀਆਂ ਭਰ ਕੇ ਮਹੱਲੇ ਦੇ ਦਰਸ਼ਨ ਕਰਨਾ ਚਾਹੁੰਦੇ ਹਨ, ਆਪ ਜੀ ਮਹੱਲਿਆਂ ਦੇ ਦਰਸ਼ਨ ਕਰੋ ਔਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ 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 ਵਾਹਿਗੁਰੂ
हे अच्युत हे पार ब्रह्म अबनासी अगनास हे पूरन हे सर्ब मैं दुख पंजन गुण तास हे संगी हे निरंकार हे निर्गुण सब टेक हे गोविंद हे गुण निधान जाके सदा बबेक हे अपरंपर हर हरे है पियो अनहारे हे संत कै सदा संग निधारा आधार हे ठाकुर हो दासरो मैं निर्गुण गुण नहीं कोई नानक दीजै नाम दान राखो ही है परोए आए प्रभ शरणागति कृपा निध दयाल एक अखर हर मन बस्त नानक होत निहाल वाहिगुरु नाम जहाज है चढ़े सो तेरे पार जो शरदा कर सेवंदे गुर पारे उतारनहार वाहिगुरु नाम जहाज है चढ़े सो तेरे पार जो शरदा कर सेवंदे गुर पारे उतारनहार वाहिगुरु जी का खालसा वाहिगुरु जी की फतेह।